ਉਹ ਬੇਅੰਤ ਸਿੰਘ ਨਾਲ ਤੁਹਾਡਾ ਰਿਲੇਸ਼ਨ ਸੀ, ਮਤਲਬ ਤੁਸੀਂ ਚੂੰ ਚਾਂ ਕਰਦੇ ਰਹੇ ਹੋ, ਉਹ ਕਹਿੰਦੇ ਨੇ? ਉਹ ਕਹਿੰਦੇ ਕਿ ਤੂੰ ਮੇਰੇ ਨਾਲ ਫॉर ਰਿਲੇਸ਼ਨ ਦੇ ਵਿੱਚ ਸੀ ਸਰ। ਓ ਮਾਈ ਗॉड। ਮੇਰੀ ਬੇਟੀ ਕਹਿ ਰਹੀ ਹੈ ਮੈਨੂੰ ਉਹ ਤੋਂ ਪਹਿਲਾਂ ਮੌਤ ਆ ਜਾਂਦੀ, ਇਹ ਗੱਲ ਸੁਣਨ ਤੋਂ ਪਹਿਲਾਂ ਕਿ ਮੇਰੀ ਬੇਟੀ ਕਹਿ ਰਹੀ ਆ ਮੰਮੀ ਤੂੰ ਇੱਕ ਗਸਤੀ ਜਨਾਨੀ ਆ। ਮੇਰੀ ਬੇਟੀ ਮੈਨੂੰ ਕਹਿ ਰਹੀ ਆ। ਤੁਹਾਡੇ ਕੋਲ ਕੋਈ ਐਸੀ ਗਲਤੀ ਹੋਈ ਹੋਵੇ ਆਪਣੇ ਪਤੀ ਪਰਮੇਸ਼ਰ ਪ੍ਰਤੀ? ਟੈਲ ਮੀ ਟਰੂ। ਇਹਨਾਂ ਵਿੱਚ ਕੱਲ ਨੂੰ ਮੈਂ ਤੁਹਾਡੇ ਦੁਆਲੇ ਹੋ ਜਾਵਾਂ, ਦੁਆਲੇ ਸੰਸ ਕੇ ਤੁਹਾਡੇ ਨੂੰ ਕਹਾਂ ਕਿ ਤੁਸੀਂ ਵਾਈ ਯੂ ਡੂ ਦਿਸ। बहुत जल्दी गरवाल साहब आ रहे हैं, जगदीश गरवाल जी। स्टोरी शुरू कर दी है मेरी लाइन से करमजीत कौर। करमजीत सत श्री अकाल जी। सत श्री अकाल जी। हौसला रखना, रोना नहीं है। और तुम बहुत रोंदे हो, बहुत बरलाप करते हो और मेरा मन जो भावुक हो जाता तो फिर मैं इमोशनल होके मेरी सेहत ठीक नहीं है। मैं इन्ना दुख तुहाडे पिंड चुकांगा पर इन्ना दुख ना मैनू दिओ कि मैं आप दुखी होके प्रोग्राम नूं मैनू स्टॉप करना पवे। मैं बहुत परेशान है खुद तुहाडी स्टोरी सुन के। प्लीज डोंट क्राई। रोना नहीं है। करमजीत तुहाडा रोना स्वाभाविक है, तुहाडी जिंदगी नूं बर्बाद कीता है। करमजीत तुहाडी उम्र कितनी है? 35 35 साल दे हो। शादीशुदा? हाँ जी सर। शादी कादी बर्बादी कहोगे इनू? सर बर्बादी जी, फुल बर्बादी। ओह माय गॉड, फुल बर्बादी कह रहे ने। प्लीज ना रो करमजीत तुहाडे। ओह गॉड करमजीत प्लीज इस तरह पर स्टोरी नहीं ਆਪਾਂ ਸੁਣ ਪਾਵਾਂਗੇ। ਤੁਹਾਡੇ ਦੁੱਖ ਕਿੱਦਾਂ ਸੁਣਨਗੇ ਲੋਕ? ਤੁਹਾਨੂੰ ਇਨਸਾਫ ਮਿਲੇਗਾ। ਤੁਹਾਨੂੰ ਹਰ ਹਾਲਤ ਵਿੱਚ ਇਨਸਾਫ ਦਿਵਾਉਣਗੇ ਲੋਕ। ਕੈਨੇਡਾ ਦੇ ਲੋਕ ਜਿਹੜੇ ਨੇ ਇਨਸਾਫ ਦਿਵਾਉਣਗੇ। ਔਰ ਐਮਪੀ ਸਾਹਿਬਾਨ ਸੋਹਣੇ ਜਾਂ ਐਮਪੀ ਸਾਹਿਬਾਨ ਦੇ ਰਿਲੇਟਿਵ ਸੋਹਣੇ ਨੇ। ਔਰ ਤੁਸੀਂ ਐਮਪੀ ਜਿਹਨੇ ਵੀ ਇਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਜੇ ਤੁਸੀਂ ਰਿਲੇਟਿਵ ਹੋ, ਤੁਸੀਂ ਆਪ ਸੋਹਣੇ, ਤੁਹਾਡੇ ਘਰ ਵਾਲੇ ਸੋਹਣੇ ਨੇ, ਤੁਸੀਂ ਮਦਦ ਕਰਿਆ ਕਰੋ ਲੋਕਾਂ ਦੀ। ਤੁਹਾਡੀ ਜੌਬ ਹੈ, ਮੇਰੀ ਜੌਬ ਨਹੀਂ ਹੈ। ਤੁਹਾਨੂੰ ਲੋਕਾਂ ਨੂੰ ਪੈਸਾ ਦਿੰਦੇ ਆ, ਟੈਕਸ ਪੇਅਰ ਮਨੀ ਤੁਹਾਨੂੰ ਜਾ ਰਹੀ ਹੈ, ਤੁਸੀਂ ਕੰਮ ਕਰੋ। मैं करमजीत कौर ਤੁਹਾਨੂੰ ਬੇਨਤੀ ਕਰਨੀ ਚਾਹਾਂਗਾ, ਕੁਝ ਐਮਪੀ ਸਾਹਿਬਾਨ ਜ਼ਰੂਰ ਦੁੱਖ ਸੁਣਦੇ ਨੇ, ਇਹ ਵੀ ਨਾਲ ਕਹਿ ਦਈਏ। ਅੱਛਾ 35 ਸਾਲ। ਤੁਹਾਡਾ ਜ਼ਿਲ੍ਹਾ ਕਿਹੜਾ ਆ? ਸੰਗਰੂਰ ਜੀ। ਸੰਗਰੂਰ ਚ ਹੀ ਬੋਲੋਗੇ? हाँ जी सर संगरूर। ਤੁਹਾਡੀ ਐਜੂਕੇਸ਼ਨ ਤੁਸੀਂ ਪੜ੍ਹੇ ਕਿੰਨੇ ਹੋ? मेरी +2 ਕੀਤੀ ਹੋਈ ਹੈ ਜੀ। ਤੁਹਾਡੇ ਪਿਤਾ ਜੀ ਦਾ ਨਾਮ? ਮਹਿੰਦਰ ਸਿੰਘ ਸਰ। ਠੀਕ ਠਾਕ ਨੇ? ਨਹੀਂ ਸਰ ਉਹ ਦੁਨੀਆ ਛੱਡ ਗਏ ਜੀ, ਮੇਰੇ ਦੁੱਖ ਚ ਚਲੇ ਗਏ ਜੀ। ਮਾਤਾ ਜੀ? ਮਾਤਾ ਜੀ ਚਰਨਜੀਤ ਕੌਰ ਠੀਕ ਠਾਕ। ਠੀਕ ਹੈ ਰਹਿਣ। ਅਸੀਂ ਬਿਲਕੁਲ ਤੁਹਾਨੂੰ ਹਮਦਰਦੀ ਕਰਾਂਗੇ, ਤੁਹਾਡੀ ਪੂਰੀ ਮਦਦ ਕਰਾਂਗੇ, ਤੁਹਾਨੂੰ ਵਾਅਦਾ ਕਰਦੇ ਹਾਂ, ਘਬਰਾਉਣਾ ਨਹੀਂ। ਠੀਕ ਹੈ ਜੀ। ਤੁਸੀਂ ਸਾਨੂੰ ਆਗਿਆ ਦਿਓ ਸਟੋਰੀ ਨੂੰ ਪ੍ਰੋਸੀਡ ਕਰਨ ਦੀ। ਸੇ ਯੈਸ অর ਨੋ। ਯੈਸ ਸਰ, ਯੈਸ ਸਰ। ਕਰਮਜੀਤ ਤੁਹਾਨੂੰ ਕਿਹਨੇ ਦੱਸਿਆ ਸਾਡੇ ਇਸ ਚੈਨਲ ਬਾਰੇ, ਬਾਸੀ ਸ਼ੋਅ ਬਾਰੇ ਕਿ ਅਸੀਂ ਲੋਕਾਂ ਦੇ ਦੁੱਖ ਸੁਣਦੇ ਆ, ਸਟੋਰੀਆਂ ਲੈ ਕੇ ਆਉਂਦੇ ਆ? ਤੁਹਾਨੂੰ ਕਿਹਨੇ ਦੱਸਿਆ, ਕਰੋ ਦੱਸਿਆ? ਸਰ ਮੈਨੂੰ 4 ਸਾਲ ਹੋ ਗਏ ਤੁਹਾਡਾ ਸ਼ੋਅ ਸੁਣਦੀ ਨੂੰ ਜੀ। ਤੁਸੀਂ ਸੁਣਦੇ ਹੋ ਲਗਾਤਾਰ? ਹਾਂਜੀ ਸਰ, ਸਭ ਤੋਂ ਪਹਿਲਾਂ ਤੁਹਾਡਾ ਮੈਂ ਬੜਾ ਧੰਨਵਾਦ ਕਰਦੀ ਹਾਂ। ਤੁਹਾਡੇ ਪੈਰਾਂ ਤੇ ਹੱਥ ਲਾ ਕੇ ਤੁਹਾਨੂੰ ਮੈਂ ਇੱਕ ਕਾਲ ਕੀਤੀ, ਤੁਸੀਂ ਮੇਰੀ ਜਿਹੜੀ ਗੱਲ ਸੁਣੀ ਜੀ। ਮੇਰੀ ਕਿਸੇ ਨੇ ਕੋਈ ਗੱਲ ਨਹੀਂ ਸੁਣੀ, ਮੈਂ ਹਾਰ ਕੇ ਮੈਂ ਸ਼ੋਅ ਸੁਣਦੀ ਸੀ। ਮੈਂ ਕਿਹਾ ਸਰ ਮੇਰਾ ਦੁੱਖ ਸੁਣਨਗੇ। ਇੱਕ ਤਾਂ ਤੁਸੀਂ ਮੇਰੇ ਪੈਰਾਂ ਨੂੰ ਹੱਥ ਨਹੀਂ ਲਾਉਣਾ, ਤੁਸੀਂ ਮੇਰੀ ਧੀ ਹੋ, ਮੈਂ ਤੁਹਾਡੇ ਪਰਿਵਾਰ ਦਾ ਮੈਂਬਰ ਹੈ, ਸੋ ਇਸ ਤਰ੍ਹਾਂ ਨਹੀਂ ਕਰਨਾ। ਸਿਰਫ ਜ਼ਿੰਦਗੀ ਵਿੱਚ ਨਤਮਸਤਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੋਣਾ, ਸਿਰਫ ਹੋਰ ਕਿਤੇ ਨਹੀਂ ਹੋਣਾ। ਸੋ ਮੈਂ ਤਾਂ ਇੱਕ ਕਮਿਊਨਿਟੀ ਦਾ ਛੋਟਾ ਜਿਹਾ ਪੌਦਾ ਆ, ਨਿੱਕਾ ਜਿਹਾ ਪੌਦਾ। ਤੁਸੀਂ ਮੇਰੇ ਲਈ ਰੱਬ ਹੋ, ਤੁਸੀਂ ਮੇਰਾ ਦੁੱਖ ਸੁਣਿਆ, ਇੱਕ ਪਹਿਲੀ ਕਾਲ ਤੇ ਸੁਣਿਆ ਜੀ। ਤੁਹਾਡਾ ਫੋਨ ਆਇਆ, ਤੁਸੀਂ ਵੀ ਸੋਚਿਆ ਕਿ ਅਸੀਂ ਸਾਡਾ ਨੰਬਰ ਕਿਵੇਂ ਲਿਆ ਸਾਡਾ? ਸਰ ਮੈਂ ਤੁਹਾਡਾ ਸ਼ੋਅ ਦੇਖਦੀ ਹੁੰਦੀ ਸੀ ਮੇਰੇ ਫੋਨ ਦੇ ਵਿੱਚ, ਤੁਹਾਡਾ ਮੈਂ ਡੇਲੀ ਤੁਹਾਡੀਆਂ ਸਟੋਰੀਆਂ ਸੁਣਦੀ ਆ ਜੀ। ਐਸੀ ਸ਼ਾਦੀ ਕਦੋਂ ਹੋਈ ਤੁਹਾਡੀ?
ਸਰ ਮੇਰੀ ਸ਼ਾਦੀ 2009 ਦੇ ਵਿੱਚ। ਕਿੰਨੇ ਸਾਲ ਹੋ ਗਏ? 12 ਸਾਲ। ਸਰ 12 ਸਾਲ, 18 ਜਨਵਰੀ ਨੂੰ। 18 ਜਨਵਰੀ ਨੂੰ 2009 ਦੇ ਵਿੱਚ ਸ਼ਾਦੀ ਹੁੰਦੀ ਹੈ। ਔਰ ਤੁਹਾਡੀ ਉਮਰ ਕਿੰਨੀ ਹੁੰਦੀ ਹੈ? ਸਰ 22-23 ਸਾਲ ਦੀ ਸੀ। ਤੁਸੀਂ ਕਿੰਨੇ ਭੈਣ ਭਰਾ ਹੋ? ਸਰ 3 ਭੈਣਾਂ ਸੀ, 1 ਭਰਾ ਜੀ। ਭਰਾ ਵੱਡਾ ਹੈ? ਨਹੀਂ ਸਰ, ਸਾਰਿਆਂ ਨੂੰ ਛੋਟਾ ਵਾ। ਕਿੰਨੀ ਉਮਰ ਹੈ ਉਹਦੀ? ਉਹਦੀ ਉਮਰ ਹੈਗੀ ਹੈ ਸਰ 21 ਸਾਲ ਦੀ। ਸਭ ਤੋਂ ਵੱਡੀ ਭੈਣ ਤੁਸੀਂ ਹੋ? ਸਾਰਿਆਂ ਨੂੰ ਵੱਡੀ ਮੈਂ ਆ ਸਰ। ਦੂਜੀਆਂ 2 ਭੈਣਾਂ? ਦੂਜੀਆਂ 2 ਭੈਣਾਂ ਮੇਰੇ ਤੋਂ ਛੋਟੀਆਂ ਨੇ ਸਰ। ਉਹ ਵਿਆਹੀਆਂ ਨੇ? ਹਾਂਜੀ ਸਰ, ਉਹ ਗਈਆਂ ਨੇ। ਠੀਕ ਠਾਕ ਨੇ ਘਰ ਵਿੱਚ ਆਪਣੇ? ਉਹ ਠੀਕ ਠਾਕ ਨੇ ਸਰ। ਉਹ ਇੰਡੀਆ ਵਿੱਚ ਨੇ? ਹਾਂ, ਇੱਕ ਇੰਡੀਆ ਚ, ਇੱਕ ਜੀ ਅਮਰੀਕਾ ਚ। ਵੈਰੀ ਗੁੱਡ, ਬੜਾ ਅੱਛਾ, ਖੂਬ। ਸੋ ਭਰਾ ਪੜਦਾ ਹੈ ਇਸ ਵੇਲੇ? ਨਹੀਂ, ਭਰਾ ਵੀ ਜੀ ਬਾਹਰ ਆ। ਕਿਹੜੀ ਜਗ੍ਹਾ ਬੇਟਾ? ਉਹਨੂੰ ਜੀ ਵੈਨਕੂਵਰ ਭੈਣ ਨੇ ਬੁਲਾ ਲਿਆ ਸੀਗਾ। ਭੈਣ ਅਮਰੀਕਾ ਚਲੀ ਗਈ ਸੀ ਆਪਣੇ ਸਿਸਟਰ ਭੂਆ ਜੀ ਕੋਲੇ ਜੀ, ਉਧਰ ਮੂਵ ਹੋ ਗਏ ਸੀ ਕੰਮ ਲਈ। ਭਰਾ ਜੀ ਵੈਨਕੂਵਰ ਹੀ ਆ। ਚਲੋ ਗੁੱਡ। ਸੋ ਤੁਸੀਂ ਹੁਣ ਮਾਂ ਤੇ ਧੀ ਇੰਡੀਆ ਚ ਰਹਿੰਦੇ ਹੋ, ਹਨਾ? ਹਾਂਜੀ, ਉਸ ਮਾਂ ਤੇ ਧੀ ਇੰਡੀਆ। ਤੇ ਤੁਹਾਡੀ ਇੱਕ ਦੂਜੀ ਭੈਣ ਕਿੱਥੇ ਆ? ਦੂਜੀ ਭੈਣ ਜੀ ਇੱਥੇ ਇੰਡੀਆ ਚ ਗਈ ਹੋਈ ਆ। ਕਿਹੜੇ ਪਿੰਡ ਵਿਆਹੀ ਆ? ਸਰ ਉਹ ਗਈ ਹੋਈ ਆ ਜੀ ਤਲਵੰਡੀ ਬੁਰਜ। ਤਲਵੰਡੀ ਬੁਰਜ? ਹਾਂਜੀ। ਇਹ ਰਾਏਕੋਟ ਕੋਲ ਆ? ਹਾਂਜੀ ਸਰ, ਰਾਏਕੋਟ ਕੋਲ। ਕਿਹੜੇ ਘਰ ਦੇ ਵਿੱਚ ਹੈ? ਸਰ ਉਹਨਾਂ ਨੂੰ ਘੱਟ ਆ ਥੋੜਾ ਜਿਹਾ, ਜਦੋਂ ਮੇਰੇ ਹਸਬੈਂਡ ਨੇ ਮੇਰੇ ਨਾਲ ਸਾਡੇ ਨਾਲ ਧੋਖਾ ਕਰਤਾ ਸੀਗਾ। ਉਹਨਾਂ ਦੀ ਫੈਮਿਲੀ ਮੈਨੂੰ ਥੋੜਾ ਜਿਹਾ, ਉਹਨਾਂ ਮੇਰੇ ਘਰ ਵਾਲੇ ਨੂੰ ਜੀ ਕੈਸ ਪਾਤਾ ਸੀ ਮੇਰੇ ਡੈਡੀ ਨੇ, ਉਹਨਾਂ ਨੂੰ ਪਤਾ ਲੱਗ ਗਿਆ ਸੀ। ਉਹਨਾਂ ਨੇ ਕੁਝ ਲਿਆ ਨਹੀਂ ਸੀਗਾ। ਉਦੋਂ ਬਾਅਦ ਸਰ ਉਹ ਮੇਰੇ ਨਾਲ ਮੈਨੂੰ ਇੰਨਾ ਉਹਨਾਂ ਨੇ ਰਿਸ਼ਤਾ ਰੱਖਿਆ ਨਹੀਂ ਹੈਗਾ। ਓਕੇ, ਕੋਈ ਗੱਲ, ਨੋ ਪ੍ਰੋਬਲਮ। ਭੈਣ ਮੇਰੀ ਕਾਲ ਕਰ ਲੈਂਦੀ ਜੇ ਮੈਂ ਕਦੇ ਜਿਆਦਾ ਗਈ ਆਈ ਨਹੀਂ ਜੀ, ਕੱਲੀ ਕਰਕੇ। ਭੈਣ ਆ ਜਾਂਦੀ ਹੈ? ਭੈਣ ਜੀ ਆਉਂਦੀ ਨਹੀਂ ਜੀ, ਬਸ ਫੋਨ ਤੇ ਹਾਲ ਚਾਲ ਪੁੱਛ ਲੈਂਦੀ ਹੁੰਦੀ ਵੀ ਤੂੰ ਠੀਕ ਆ। ਅੱਛਾ, ਰਿਸ਼ਤਾ ਕਿਹਨ ਕਰਾਇਆ ਸੀ ਇਹ? ਸਰ ਇਹ ਰਿਸ਼ਤਾ ਤੁਹਾਡਾ ਰਿਸ਼ਤਾ ਕਿਹਨ ਕਰਾਇਆ ਸੀ? ਹਾਂਜੀ ਸਰ, ਮੇਰਾ ਰਿਸ਼ਤਾ ਜਿਹੜੀ ਰਜਿਸਟਰ ਮੈਰਿਜ ਵੀ ਵਾਲੇ ਕਰਾਉਂਦੇ ਹੁੰਦੇ, ਉਹਨਾਂ ਦੇ ਵਿੱਚ ਮੇਰੇ ਹਸਬੈਂਡ ਦੀ ਇੱਕ ਸਿਸਟਰ ਸੀਗੀ ਇੱਥੇ ਇੰਡੀਆ ਦੇ ਵਿੱਚ। ਹਾਂ। ਉਹਨਾਂ ਦੇ ਥਰੂ ਹੋਇਆ ਜੀ ਮੇਰਾ ਰਿਸ਼ਤਾ। ਓਕੇ। ਜਦੋਂ ਤੁਹਾਡਾ ਰਿਸ਼ਤਾ ਹੋਇਆ ਤੁਸੀਂ ਉਸ ਲੜਕੀ ਨੂੰ ਫੋਟੋ ਤੇ ਦੇਖਿਆ, ਫਿਰ ਵਿਆਹ ਕਰਨ ਤੋਂ ਪਹਿਲਾਂ ਦੇਖਿਆ ਸੀਗਾ ਉਹਨੂੰ? ਨਹੀਂ ਸਰ, ਉਹਨਾਂ ਨੂੰ ਦੇਖਿਆ ਨਹੀਂ, ਉਹਦੇ WhatsApp ਨਹੀਂ ਚੱਲਦੀ ਹੁੰਦੀ ਸੀਗੇ। ਹਾਂ, ਫੋਟੋ ਤੇ ਦੇਖਿਆ। ਜਦੋਂ ਆ ਗਿਆ ਫਿਰ ਵਿਆਹ ਕਰਨ ਤੋਂ ਪਹਿਲਾਂ ਮਿਲੇ 1-2 ਵਾਰੀ? ਹਾਂਜੀ ਸਰ, ਮਿਲੇ ਹਾਂ ਜੀ। ਓਕੇ। ਉਹਦੀ ਉਮਰ ਕਿੰਨੀ ਹੈ ਔਂਤਰੇ ਦੀ? ਉਹਦੀ ਅਤਰੀ ਉਮਰ ਹੈ ਸਰ 1981 ਦਾ ਬਰਥਡੇ ਹੈ ਜੀ ਉਹਦਾ। ਕਿੰਨੀ ਉਮਰ ਹੈ? 40 ਸਰ 1981 ਦਾ ਵਾ। ਉਹਨਾਂ ਦੀ 40 ਦੇ ਨਹੀਂ ਸਰ, ਉਹ 40 ਸਾਲ ਦੇ ਆ। ਹਾਂਜੀ। ਤਾਂ ਉਹ 5 ਸਾਲ ਵੱਡੇ ਆ। ਹਾਂਜੀ। ਉਹਨਾਂ ਦਾ ਪਿੰਡ ਕਿਹੜਾ? ਨਾਂ ਨਹੀਂ ਲੈਣਾ ਉਹਨਾਂ ਦਾ ਹਾਲੇ, ਕਿਉਂਕਿ ਮੈਂ ਸਟੋਰੀ ਵਨ ਸਾਈਡਡ ਦੇ ਰਿਹਾ। ਉਹਨਾਂ ਦਾ ਪਿੰਡ ਜਹਾਂਗੀਰ ਆ ਸਰ। ਜਹਾਂਗੀਰ ਹੈ। ਔਰ ਸਾਡੇ ਸਟੂਡੀਓ ਵਿੱਚ ਸਾਡੇ ਸਤਿਕਾਰਯੋਗ ਸਰਦੇਤਾਜ ਸਾਡੀ ਕਮਿਊਨਿਟੀ ਦੇ ਵਿੱਚ ਸੋਸ਼ਲ ਪੱਖੋਂ ਅਤੇ ਬਿਜ਼ਨਸ ਪੱਖੋਂ ਅਤੇ ਮੀਡੀਆ ਦੇ ਵਿੱਚ ਆਪਣੀ ਵਿਲੱਖਣ ਰੱਖਣ ਵਾਲੇ ਜਗਦੀਸ਼ ਕਰਵਰ ਸਾਹਿਬ ਆਏ ਨੇ। ਅਸੀਂ ਉਹਨਾਂ ਨੂੰ ਵੈਲਕਮ ਕਰਦੇ ਹਾਂ ਤੇ ਬਹੁਤ ਜਲਦੀ ਸਟੂਡੀਓ ਵਿੱਚ ਅਸੀਂ ਉਹਨਾਂ ਨੂੰ ਜੀ ਆਇਆਂ ਕਹਾਂਗੇ ਔਰ स्टूडियो इंसेंस की लाइव गलबात करें कुछ मिनट दी। अच्छा, मैं आप जानना चाहता कि ਤੁਹਾਡਾ ਸਾਰਾ ਪਿੰਡ ਜਹਾਂਗੀਰ ਹੈ। ਜਹਾਂਗੀਰ ਕਿਹੜੇ ਡਿਸਟ੍ਰਿਕਟ ਦੇ ਵਿੱਚ ਹੈ? ਕਿਉਂਕਿ ਜਹਾਂਗੀਰ ਕੀ ਸਾਡੇ ਜਲੰਧਰ ਵਿੱਚ ਵੀ ਕਿਹੜਾ ਜ਼ਿਲ੍ਹਾ ਹੈ? ਇਹ ਜ਼ਿਲ੍ਹਾ ਸੰਗਰੂਰ ਹੈ ਸਰ। ਹਾਂਜੀ, ਸੰਗਰੂਰ ਜ਼ਿਲ੍ਹਾ ਸਰ। ਸੰਗਰੂਰ ਦਾ ਹੈ। ਇਹ ਤੁਹਾਡੇ ਹਸਬੰਡ ਦੀ ਸ਼ਾਦੀ ਜਿਹੜੀ ਹੈ shaadi.com ਰਾਹੀਂ ਹੋਈ ਹੈ ਔਰ ਤੁਸੀਂ ਸ਼ਾਦੀ ਤੋਂ ਪਹਿਲਾਂ ਦੇਖਿਆ ਇਹ ਤੁਹਾਡਾ ਹਸਬੰਡ ਦੀ ਸ਼ਾਦੀ ਪਹਿਲੀ ਸੀ ਜਾਂ ਦੂਜੀ ਸੀ? ਸਰ ਹਸਬੰਡ ਦੀ ਸ਼ਾਦੀ ਤੀਜੀ ਸੀ। Oh why? Come on baby, please. Why you do that? ਤੁਸੀਂ ਇਸ ਬੰਦੇ ਨਾਲ ਤੀਜੇ ਬੰਦੇ ਨਾਲ 3 ਵਿਆਹ ਕਰਾਏ ਹੋਏ ਸੀ ਤੇ ਤੀਜੇ ਤੁਸੀਂ ਤੀਜੀ ਸ਼ਾਦੀ ਤੁਸੀਂ ਤੁਹਾਡੀ ਹੋਈ ਹੈ। 2 ਪਹਿਲਾਂ ਸੀ। ਉਹ ਪਹਿਲਾਂ ਸੀਗੀਆਂ, ਇੱਕ ਸਰ ਸਾਰਾ ਪਿੰਡ ਤੋਂ, ਇੱਕ ਕੋਈ ਇੱਧਰ ਹੀ ਕਰਵਾਈ ਸੀਗੀ।
ਸਰ ਹਸਬੈਂਡ ਨੇ ਨਾ ਇੱਕ ਸ਼ਾਦੀ ਦਾ ਕੋਰਟ ਵਿਆਹ ਰਜਿਸਟਰ ਹੋਇਆ ਗਿਆ ਵਾ, ਇੱਕ ਨਹੀਂ ਹੋਇਆ ਸੀਗਾ। ਤੁਹਾਨੂੰ ਦੱਸਿਆ ਸੀ ਮੇਰੀ 2 ਸ਼ਾਦੀਆਂ ਪਹਿਲਾਂ ਹੋਈਆਂ। ਉਹਨਾਂ ਨੇ ਸਾਨੂੰ ਇੱਕ ਸ਼ਾਦੀ ਦੱਸੀ ਸਾਇਆ ਪਿੰਡ ਵਾਲੀ, ਉਹ ਸਾਨੂੰ ਕਿਹਾ ਵੀ ਸਾਡੀ ਪੇਪਰ ਮੈਰਿਜ ਸੀਗੀ ਮੇਰੀ ਉਹ ਲੜਕੀ ਦੇ ਨਾਲ। ਕਿਹੜਾ ਪਿੰਡ? ਵੀ ਮੇਰੀ ਕੰਟੈਕਟ ਮੈਰਿਜ ਸੀਗੀ ਸਰ। ਆਈ ਨੋ, ਬਟ ਕਿਹੜਾ ਪਿੰਡ ਸੀ ਉਹ? ਸਾਇਆ ਪਿੰਡ ਸਰ, ਬੇਲੋਂ ਕੋਲੇ। ਕੰਟੈਕਟ ਮੈਰਿਜ ਸੀ, ਐਬਿਲਿਟੀ ਟੂ ਟਰੈਵਲ। ਜੋ ਕੈਨੇਡਾ ਆਉਣ ਦੀ ਖਾਤਰ ਨੂੰ ਵਿਆਹ ਕਰਾਇਆ, ਆਈ ਵਿਲ ਇਨਫਾਰਮ ਟੂ ਆਰ ਸੀ ਟੂ ਅਰੈਸਟ ਹਿਮ, ਕਿਉਂਕਿ ਇਹ ਇੱਕ ਫਰਾਡ ਹੈ ਇਮੀਗ੍ਰੇਸ਼ਨ ਦੇ ਨਾਲ। ਹਾਂਜੀ ਸਰ। ਇਹ ਤਾਂ ਲੋਕਾਂ ਨੇ ਚਾਹੁੰਦੇ ਜਿਹੜੇ ਫਰਾਡ ਲੋਕ ਕਰ ਰਹੇ ਨੇ, ਫਰਾਡ ਕਰਕੇ ਆ ਰਹੇ ਨੇ, ਜਾਂ ਲੋਕ ਫਰਾਡ ਇਨਸਿਸਟ ਕਰਦੇ ਨੇ, ਜਾਂ ਡਰੱਗ ਵੇਚ ਕੇ ਭੱਜੇ ਹੋਏ ਨੇ, ਤੇ ਇਹ ਤਾਂ ਸਾਡਾ ਕੰਮ ਹੈ। ਡਸਨਟ ਮੈਟਰ ਕਿ ਉਹ ਸਾਡੇ ਬਾਰੇ ਕੀ ਕਹਿੰਦੇ ਆ, ਕੀ ਨਹੀਂ ਕਰਦੇ, ਸਾਡੀਆਂ ਝੂਠੀਆਂ ਸ਼ਿਕਾਇਤਾਂ ਕਰਦੇ। ਵੀ ਡੋਂਟ ਕੇਅਰ, ਵੀ ਡੂ ਦੀ ਲਾਅ ਦੇ ਮੁਤਾਬਕ ਅਸੀਂ ਪ੍ਰੋਸੀਡ ਕਰ ਰਹੇ ਆਪਣੇ ਸ਼ੋਅ ਨੂੰ। ਇਹ ਲੋਕ ਸਾਰੇ ਅੰਦਰ ਜਾਣਗੇ, ਸਾਰੇ ਫੜੇ ਜਾਣਗੇ, ਪਰ ਉਹ ਫੜੇ ਜਾਣਗੇ ਜਿਹੜੇ ਲੋਕ ਗਲਤ ਕੰਮ ਕਰਦੇ। ਇਹ ਨਹੀਂ ਕਿ ਗਲਤ ਫੜਾਏ ਜਾਣਗੇ। ਜਿਸ ਪੰਜਾਬ ਸਰਕਾਰ ਦੇ ਵਿੱਚ ਇਸ ਵੇਲੇ ਚੰਨੀ ਜਿਹੜਾ ਹੈ ਗਲਤ ਕੰਮ ਕਰ ਰਿਹਾ, ਔਰ ਕੋਈ ਇਸ ਕਲੋਜ਼ ਹੋਈ ਨੂੰ ਰੀਓਪਨ ਵੀ ਨਹੀਂ ਕਰਾਇਆ, ਔਰ ਹੀ ਇਜ਼ ਇਨ ਟਰਬਲ ਨਾਓ। ਵੈਰੀ ਸੂਨ, ਕੁਝ ਘੰਟੇ ਵਿੱਚ ਖਬਰ ਆਉਣ ਵਾਲੀ ਹੈ। ਇਹ ਵੈਰੀ ਪਾਰਟ ਜਿਹੜਾ ਬੈਡ ਪਾਰਟ ਹੈ, ਇਹ ਤੁਸੀਂ ਆਪਸ ਵਿੱਚ ਹੀ ਇਲੈਕਸ਼ਨ ਲੜੋ, ਪਾਰਟੀਆਂ ਨੂੰ ਹੋਂਦ ਵਿੱਚ ਲਾਓ, ਲੋਕਾਂ ਦਾ ਭਲਾ ਕੰਮ ਕਰੋ, ਨਾ ਗਲਤ ਕੰਮ ਕਰੋ। ਇਹ ਕਾਨੂੰਨ ਤੁਹਾਨੂੰ ਆਗਿਆ ਦਿੰਦਾ। ਜੇ ਤੁਹਾਡੇ ਕੋਲ ਤਾਕਤ ਹੈ, ਇਹ ਇੱਕ ਤਾਕਤ ਜਿਹੜੀ ਆ ਇੱਕ ਹਵਾ ਦਾ ਬੁੱਲਾ ਆ। ਸਿਆਸੀ ਤਾਕਤ ਇੱਕ ਹਵਾ ਦਾ ਬੁੱਲਾ ਹੁੰਦਾ ਆ। ਇਸ ਤਰ੍ਹਾਂ ਤਾਕਤ ਨਹੀਂ ਹੁੰਦੀ ਕਿਸੇ ਵਿਅਕਤੀ ਕੋਲ। ਮੀਡੀਆ ਦੇ ਕੋਲ ਇੰਨੀ ਤਾਕਤ ਨਾਲ ਬਹੁਤ ਵੱਡੀ ਜ਼ਿੰਮੇਵਾਰੀ ਆ। ਅਸੀਂ ਹਵਾ ਦਾ ਬੁੱਲਾ ਨਹੀਂ ਹੈ। ਅਸੀਂ ਉਹ ਲੋਕ ਆ ਜਿੰਨੇ ਵੀ ਮੀਡੀਆ ਵਿੱਚ ਜਿੱਥੇ ਵੀ ਆ, ਆਪਣੀ ਜ਼ਿੰਮੇਵਾਰੀ ਨਾਲ ਕੰਮ ਕਰਦੇ ਆ, ਤਾਂ ਕਿ ਅਸੀਂ ਕਮਿਊਨਿਟੀ ਦਾ ਦੁੱਖ ਚੁੱਕ ਸਕੀਏ ਅਤੇ ਲੋਕਾਂ ਦੇ ਦੁੱਖ ਘਟਾ ਸਕੀਏ, ਅਤੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾ ਸਕੀਏ, ਲੋਕਾਂ ਨੂੰ ਬਾਕੋ ਸਮੇਂ ਤੇ ਸਮਾਜ ਦੀਆਂ ਕ੍ਰਿਤੀਆਂ ਤੋਂ ਜਾਣੂ ਕਰਾ ਸਕੀਏ। ਜਿਹੜੀ ਸਾਡੀ ਜੌਬ ਹੈ ਉਹ ਕਰ ਰਹੇ ਆ। ਔਰ ਪੋਲੀਟੀਸ਼ੀਅਨ ਦੇ ਦੁਆਲੇ ਅਸੀਂ ਤਾਂ ਹੁੰਦੇ ਜਦੋਂ ਇਹ ਪੋਲੀਟੀਸ਼ੀਅਨ ਗਲਤ ਕੰਮ ਕਰਦੇ ਆ। ਇਹਨਾਂ ਦੀ ਪੀਏ ਦੀ ਕੋਈ ਪ੍ਰਾਪਰਟੀ ਨਹੀਂ ਹੈ। ਚਾਹੇ ਕਿਸੇ ਵੀ ਦੇਸ਼ ਦੇ ਵਿੱਚ ਪੋਲੀਟੀਸ਼ੀਅਨ ਨੇ, ਔਰ ਜੋ ਵੀ ਇਹ ਕੁਰਸੀਆਂ ਤੇ ਬੈਠਦੇ ਨੇ, ਇਹਨਾਂ ਦੀ ਆਪਣੀਆਂ ਨਹੀਂ ਹੈ। ਇਹ ਟੈਕਸ ਪੇਅਰ ਮਨੀ ਹੈ। ਬੰਦ ਕਰ ਲਾਂਗੇ। ਇਹ ਜਿਹਨਾਂ ਅਸੀਂ ਕੁਰਸੀਆਂ ਤੇ ਬੈਠਦੇ ਆ, ਇਹ ਕੁਰਸੀਆਂ ਜਿਹੜੀਆਂ ਪਬਲਿਕ ਨੂੰ ਸਾਨੂੰ ਦਿੱਤੀਆਂ ਹੋਈਆਂ ਨੇ, ਔਰ ਟੈਕਸ ਪੇਅਰ ਮਨੀ ਨਹੀਂ ਹੈ। ਇੱਥੇ ਅਸੀਂ ਮਿਹਨਤ ਕਰਕੇ ਬੈਠਦੇ ਆ। ਵੈਰੀ ਸੈਡ ਪਾਰਟ ਕਿ 3 ਸਾਡੇ ਸ਼ਾਦੀ ਹੋਈ, ਇੱਕ ਲਕੋਲੀ ਤੇ 2 ਇੱਕ 10 ਵੈਰੀ ਸੈਡ ਹੈ। ਇਹਦੇ ਬੱਚੇ ਪਹਿਲੇ ਸ਼ਾਦੀਆਂ ਦੇ ਆ। ਨਹੀਂ ਸਰ, ਉਸ ਤੋਂ ਬਾਅਦ ਇਹ ਆ ਕੇ ਇਹਨੂੰ ਸਾਨੂੰ ਦੱਸ ਸਕਦੀ ਹੈ, ਵੀ ਬਾਰੇ ਐਕਸਪਲੇਨ ਕਰਦਾ ਤੁਸੀਂ ਕੋਈ ਨਾ। ਦੱਸੋ ਮੈਨੂੰ, ਤੁਹਾਡੇ ਜਦੋਂ ਆਏ ਤੁਸੀਂ ਇਹਦੇ ਨਾਲ, ਇਹਨੂੰ ਕਿੰਨੇ ਵਿਆਹ ਤੋਂ ਪਹਿਲਾਂ ਕਿੰਨੇ ਦਿਨ ਮਿਲੇ ਆ? ਇਹ ਸਰ ਅੰਗੇਜਮੈਂਟ ਤੋਂ ਪਹਿਲਾਂ ਇਹਨੂੰ ਮੈਂ 에어ਪੋਰਟ ਦੇ ਉੱਤੇ ਲੈ ਕੇ ਆਈ ਸਰ। ਇਹਨਾਂ ਨੇ ਕਾਲ ਕੀਤੀ ਸਾਨੂੰ, ਇਹ ਕਹਿੰਦਾ ਵੀ ਮੇਰੇ ਕੋਲ ਡਾਲਰ ਨਹੀਂ, ਮੇਰੇ ਕੋਲ ਟੈਕਸੀ ਨੂੰ ਪੇ ਕਰਨ ਨੂੰ ਪੈਸੇ ਨਹੀਂ ਹੈਗੇ, ਵੀ ਤੂੰ ਤੇ ਤੇਰਾ ਡੈਡੀ ਮੈਨੂੰ ਲੈਣ ਆ ਜਾਓ 에어ਪੋਰਟ ਦੇ ਉੱਤੇ। ਤੁਸੀਂ 에어ਪੋਰਟ ਮੇਰੀ ਨਣਦ ਇੰਡੀਆ ਵਾਲੀ। ਅੱਛਾ, ਇੰਡੀਆ ਵਾਲੀ ਨਣਦ ਜਿਹੜੀ ਹੈ, ਇੰਡੀਆ ਵਾਲੀ ਨਣਦ ਦਾ ਨਾਂ ਕੀ ਹੈ? ਉਹਦਾ ਨਾਮ ਜੀ ਮਨਜੀਤ ਕੌਰ ਸੀਬੋ। ਮਨਜੀਤ ਕੌਰ ਨਾਨਾ ਬੱਸੀਆਂ ਪਿੰਡ ਤੇ ਜਾਣਦੇ ਨੇ ਸਰ। ਇਹ ਮਨਜੀਤ ਕੌਰ ਸੀਬੋ ਜਿਹੜੀ ਆ, ਇਹ ਕਿਹੜੇ ਪਿੰਡ ਦੀ ਆ? ਇਹ ਬੱਸੀਆਂ ਪਿੰਡ ਦੀ ਹੈ ਸਰ। ਇਹ ਬੱਸੀਆਂ ਜਿਹੜਾ ਰਾਏਕੋਟ ਕੋਲ ਆ? ਹਾਂਜੀ ਸਰ। ਹਾਂ, ਇੱਥੇ ਉੱਪਲ ਇੱਕ ਮੁੰਡਾ ਰੋਮਾ ਉੱਪਲ ਸ਼ਰਾਰਤੀ ਬੁਆਈ, ਉਸ ਪਿੰਡ ਤੋਂ ਆ। ਸੋ ਮਨਜੀਤ ਕੌਰ ਸੀਬੋ, ਇਹ ਕਿੰਨੇ ਉਮਰ ਦੀ ਨਨਾਣ ਹੈ ਤੁਹਾਡੀ? ਵੱਡੀ ਹੈ ਇਹ ਸਰ ਸੋਹਰਾ ਸਾਹਿਬ ਦੀ ਸੈਕ 2 ਮੈਰਿਜਾਂ ਸੀਗੀਆਂ, ਫਸਟ ਮੈਰਿਜ ਦੇ ਸੀਗੇ, ਇਹ ਵੱਡੇ ਨੇ। ਹਾਂਜੀ। ਅੱਛਾ, ਇਹ ਮਤਲਬ ਘਰ ਦੇ ਵਿੱਚ ਹੀ ਪਹਿਲੇ ਤੋਂ ਕਈ ਵਿਆਹ ਕਰਾਏ ਹੋਏ ਨੇ ਲੋਕਾਂ ਨੇ। ਹਾਂਜੀ ਸਰ। ਐਨੀਵੇ, ਸੋ ਤੁਸੀਂ ਇਹਨੂੰ 에어ਪੋਰਟ ਤੋਂ ਲੈਣ ਜਾਂਦੇ ਹੋ, ਤੇ ਤੁਹਾਡਾ ਇਹ ਜਿਹੜੇ ਘਰ ਵਾਲਾ ਬਣਨਾ ਆ, ਉਹ ਕਹਿੰਦਾ ਕਿ ਮੇਰੇ ਕੋਲ ਪੈਸੇ ਹੈ ਨਹੀਂਗੇ, ਤੇ ਤੁਸੀਂ ਮੈਨੂੰ ਆਣ ਕੇ ਲੈ ਜਾਓ। ਹਾਂਜੀ। ਮੈਂ ਕੋਈ ਕੈਨੇਡੀਅਨ ਹੈ। ਓ ਮਾਈ ਗॉड, ਕਿੰਨੇ ਸਾਲ ਹੋ ਕੈਨੇਡਾ ਚ ਰਹਿੰਦੇ ਨੇ ਇਹਨੂੰ? ਹਾਂਜੀ, 96 ਦੇ ਗਏ ਨੇ ਸਾਰੇ। 1996 ਚ ਗਏ ਆ। ਇਹ ਵਿਆਹ ਕਰਾ ਕੇ ਗਏ ਸੀਗੇ? ਹਾਂਜੀ ਸਰ। ਨਹੀਂ, ਇਹਨਾਂ ਦੇ ਬ੍ਰਦਰ ਲੈ ਕੇ ਗਏ ਸੀ ਮੈਨੂੰ ਫੈਮਿਲੀ ਕੇਸ ਚ। ਇਹ ਵੱਡਾ ਬ੍ਰਦਰ ਇੱਥੇ ਰਹਿੰਦਾ ਆ? ਹਾਂਜੀ, ਉਹ ਵੀ ਇੱਥੇ ਰਹਿੰਦਾ। ਜਦੋਂ ਇਹ 에어ਪੋਰਟ ਤੁਸੀਂ ਲੈਣ ਗਏ ਹੋ, ਤਾਂ ਕੀ ਕਹਿੰਦੇ ਮੇਰੇ ਕੋਲ ਇੰਡੀਆ ਰੁਪੀਸ ਨਹੀਂ ਹੈ, ਤੁਹਾਨੂੰ ਇਹਨੇ ਕੈਨੇਡਾ ਤੋਂ ਫਲਾਈਟ ਫੰਡ ਲੱਗਣ ਕਹਿੰਦਾ ਮੈਨੂੰ ਆ ਜਾਓ, ਤੁਸੀਂ ਫਿਰ ਲੈਣ ਚਲੇ ਗਏ? ਹਾਂਜੀ ਸਰ, ਅਸੀਂ ਲੈਣ ਚਲੇ ਗਏ। ਓਕੇ, ਤੁਸੀਂ 에어ਪੋਰਟ ਤੇ ਦੇਖਿਆ ਇਹਨੂੰ? ਹਾਂਜੀ, ਮੈਂ 에어ਪੋਰਟ ਤੋਂ ਦੇਖਿਆ। ਤੁਹਾਨੂੰ ਪਸੰਦ ਕੀਤਾ ਤੁਸੀਂ ਇੱਕ ਦੂਜੇ ਨੂੰ ਦੇਖ ਕੇ? ਹਾਂਜੀ ਸਰ, ਪਸੰਦ ਕੀਤਾ। ਉਹਨਾਂ ਥੋੜੇ ਜਿਹੇ ਡੈਡੀ ਸੀਗੇ ਜਿਹੜੇ ਹੋਣ ਵਾਲੇ ਵਿਚਾਰਾਂ ਦੇ ਸੀਗੇ, ਉਹ ਕਹਿੰਦੇ ਵੀ ਕੋਈ ਗੱਲ ਨਹੀਂ, ਤੁਸੀਂ ਇੱਕ ਦੂਜੇ ਨੂੰ ਪਹਿਲਾਂ ਦੇਖ ਲਓ। ਸਰ ਮੈਂ ਇਹਨਾਂ ਨੂੰ ਪਸੰਦ ਕੀਤਾ, ਇਹਨਾਂ ਨੇ ਮੈਨੂੰ ਕੀਤਾ। ਸਰ ਇਹਦੇ ਵਿੱਚ ਪੈਸਾ ਅਵੇਲੇਬਲ ਸੀਗਾ, ਪਸੰਦ ਨਾ ਪਸੰਦ ਨਹੀਂ ਸੀਗੀ, ਮੈਨੂੰ ਇਹ ਪਤਾ ਨਹੀਂ ਸੀ। ਇਹਨੇ ਤਾਂ ਪੈਸੇ ਨਾਲ ਹੀ ਮੈਨੂੰ ਪਸੰਦ ਕੀਤਾ ਇਹ ਬੰਦੇ ਨੇ।
ਅੱਛਾ, ਇਹਨਾਂ ਨੇ ਪੈਸਾ ਮੰਗਿਆ ਤੁਹਾਡੇ ਤੋਂ? ਹਾਂਜੀ ਸਰ, ਉਹਨੇ ਫੁੱਲ ਡਿਮਾਂਡ ਕੀਤੀ। ਇਹ 20 ਲੱਖ ਰੁਪਇਆ ਮੰਗਦੇ ਸੀ। ਤੁਹਾਡਾ ਪਹਿਲਾਂ ਹੀ ਜਦੋਂ ਵਿਆਹ ਹੋਣਾ ਸੀ, ਪਹਿਲਾਂ ਡਿਮਾਂਡ ਸੀ ਕਿ ਅਸੀਂ ਵਿਆਹ ਕਰਾਂਗੇ ਤੇ ਪੈਸੇ ਲਵਾਂਗੇ? ਹਾਂਜੀ ਸਰ, 2009 ਦੇ ਵਿੱਚ ਜਿੰਨੇ ਵੀ ਕੈਨੇਡਾ ਤੋਂ ਆਉਂਦੇ ਸੀ ਸਾਰੇ ਪੈਸੇ ਲੈ ਕੇ ਵਿਆਹ ਕਰਦੇ ਸੀ ਇਹ ਲੋਕ। ਉਹ ਮੈਨੂੰ ਪਤਾ ਕਿ ਇਸ ਏਰੀਆ ਵਿੱਚ ਨਹੀਂ, ਮਤਲਬ ਕਾਫੀ ਲੋਕ ਜਿਹੜੇ ਆ, ਜੇ ਮੈਂ ਕਹਾਂ ਸੱਚੀ ਗੱਲ ਹੈ ਕਿ ਲੋਕ ਪੈਸੇ ਲੈ ਕੇ, ਕਿੰਨਾ ਤੋਂ ਮੰਗਿਆ ਸੀ ਇਹਨਾਂ ਨੇ ਪੈਸਾ? ਸਰ ਇਹਨਾਂ ਨੇ 20 ਲੱਖ ਮੰਗਿਆ ਸੀ, ਸਾਡੀ 15 ਲੱਖ ਦੇ ਵਿੱਚ ਫਾਈਨਲ ਹੋ ਗਿਆ ਸੀ। ਫਾਦਰ ਸਾਹਿਬ ਨੇ ਜ਼ਮੀਨ ਵੇਚਤੀ ਸੀਗੀ, ਉਹ ਕਹਿੰਦੇ ਵੀ ਮੇਰੀ ਫੈਮਿਲੀ ਵੱਡੀ ਆ। ਇਹਨਾਂ ਨੇ ਸਿਰਫ, ਤੁਸੀਂ ਕੈਨੇਡਾ ਆਉਣ ਦੀ ਖਾਤਰ 20 ਲੱਖ ਦਿੱਤਾ ਜਾਂ ਸੱਚੀ ਅਸਲੀ ਮੈਰਿਜ ਕਰਾਈ ਸੀ, ਰੀਅਲ ਐਡਮਿਟ ਸ਼ਾਦੀ ਸੀ? ਨਹੀਂ ਸਰ, ਮੈਰਿਜ ਅਸਲੀ ਸੀ, ਮੇਰੇ ਬੱਚਾ ਵੀ ਹੋਇਆ ਨਾ ਇਹਨਾਂ ਦਾ ਇੱਕ। ਆਈ ਨੋ। ਅੱਛਾ, 20 ਲੱਖ ਰੁਪਏ ਦੇ ਵਿੱਚ ਗੱਲ ਹੋਈ ਤੁਹਾਡੀ, ਤਾਂ ਡੀਲ ਫੇਰ ਕਿਉਂਕਿ ਤੁਹਾਡੇ ਫਾਦਰ ਸੋਚਿਆ ਤੁਸੀਂ ਵੱਡੀ ਆ, ਨਾਲ ਦੂਜੀਆਂ ਕੁੜੀਆਂ, ਮੁੰਡਾ ਚੱਲ ਜਾਊਗਾ, ਇਹ ਸੋਚਿਆ ਹੋਣਾ। ਫੈਮਿਲੀ ਕੇਸ ਤੇ ਚਲੇ ਜਾਣਗੇ, ਅਮਰ ਸਾਰੇ ਚੱਲ ਜਾਵਾਂਗੇ, ਚਲੋ 15 ਲੱਖ ਲਾਉਂਦੇ ਆ, ਇਹ ਸੋਚ ਕੇ ਵਿਆਹ ਕਰ ਦਿੱਤਾ, ਲਾਵਾਂ ਲਈਆਂ। ਪੂਰਾ ਵਿਆਹ ਹੋਇਆ ਸੱਚ ਚੱਜ ਕੇ, ਬੈਂਡ ਵੱਜਿਆ? ਪੂਰਾ ਵਿਆਹ ਹੋਇਆ ਜੀ, ਪ੍ਰੋਪਰ ਨਹੀਂ ਪੂਰਾ ਵਧੀਆ ਵਿਆਹ ਹੋਇਆ ਜੀ, ਪ੍ਰੋਪਰ ਗੋਲਡ ਵੀ ਇਹਨਾਂ ਨੂੰ ਪਾਇਆ, ਮੈਂ ਫੋਟੋਆਂ ਸੈਂਡ ਕਰੀਆਂ ਨੇ ਤੁਹਾਨੂੰ, ਗੋਲਡ ਵੀ ਪਾਇਆ ਇਹਨਾਂ ਨੂੰ, 15 ਲੱਖ ਕੈਸ਼ ਵੀ ਝੋਲੀ ਦੇ ਵਿੱਚ ਪਾਇਆ ਇਹਨਾਂ ਦੀ। ਉਸ ਤੋਂ ਬਾਅਦ ਵੀ ਫਾਦਰ ਸਾਹਿਬ ਨੇ ਜਿੱਥੇ ਇਹਨਾਂ ਦੀ ਹੈਲਪ ਨੂੰ, ਜਿੱਥੇ ਇਹਨਾਂ ਨੂੰ ਲੋੜ ਪਈ, ਉੱਥੇ ਮੇਰੇ ਡੈਡੀ ਨੇ ਇਹਨਾਂ ਦੀ ਹੈਲਪ ਕੀਤੀ ਹੈ ਨਾ। 15 ਲੱਖ ਰੁਪਈਆ ਤੁਸੀਂ ਕਿੱਦਣ ਦਿੱਤਾ? ਝੋਲੀ 'ਚ ਕਦੋਂ ਪਾਇਆ? ਜਦੋਂ ਕੜਮਾਈ ਹੋਈ ਆ? ਜਦੋਂ ਕੜਮਾਈ ਹੋਈ ਆ ਉਦੋਂ ਸਰ ਅਸੀਂ 7 ਲੱਖ ਰੁਪਈਆ ਪਾਇਆ ਵਾ, ਉਹ ਵਿੱਚ ਫੋਟੋਆਂ ਦੇ ਵਿੱਚ ਝੋਲੀ 'ਚ ਵੀ ਪਿਆ। ਇਹ ਕਹਿੰਦੇ ਮੈਂ ਫੋਟੋ ਨਹੀਂ ਕਰਵਾਉਣੀ, ਮੇਰੇ ਫਾਦਰ ਸਾਹਿਬ ਕਹਿੰਦੇ ਵੀ ਮੈਂ ਫੋਟੋ ਕਰਵਾਉਂਗਾ ਵੀ, ਇਹ ਫੋਟੋ ਤਾਂ ਸਾਡੇ ਕੋਲ ਵੀ ਪ੍ਰੂਫ ਹੋਵੇ, ਕੱਲ ਸਾਡੇ ਨਾਲ ਬਦਲ ਸਕਦਾ ਵਾ। ਇਹ ਕਹਿੰਦੇ ਵੀ ਬਦਲਦਾ ਨਹੀਂ ਹੈਗਾ। ਇਹਨਾਂ ਨੇ ਆਪਣੇ ਘਰੇ ਕਾਲ ਕੀਤੀ, ਜਦੋਂ ਜੀ ਮੇਰੀ ਅੰਗੇਜਮੈਂਟ ਹੋਈ 10 ਜਨਵਰੀ ਨੂੰ ਮੇਰੀ ਅੰਗੇਜਮੈਂਟ ਹੁੰਦੀ ਆ, ਉਦੋਂ ਇਹਨਾਂ ਨੇ ਕਾਲ ਕੀਤੀ ਕਿ ਸਾਨੂੰ ਘਰੇ ਇੱਥੇ ਤੇਰੇ ਫਾਦਰ ਸਾਹਿਬ ਪੈਸੇ ਦੇ ਜਾਣ ਵੀ ਅਸੀਂ ਕਾਰ ਲੈਣੀ ਆ। ਸਰਕਾਰ ਤਾਂ ਇਹਨਾਂ ਨੇ ਇੰਡੀਕਾ ਹੀ ਲਈ। ਉਦੋਂ ਮੇਰੇ ਫਾਦਰ ਸਾਹਿਬ ਇਹਨਾਂ ਨੂੰ 5 ਲੱਖ ਰੁਪਇਆ ਕੈਸ਼ ਦੇ ਕੇ ਆਏ। ਓ ਮਾਈ ਗॉड, ਕੈਨੇਡਾ ਜਾ ਕੇ 7 ਲੱਖ ਰੁਪਏ ਤੁਸੀਂ ਕਮਾਈ ਵਾਲੇ ਦਿਨ ਪਏ, 5 ਲੱਖ ਰੁਪਏ ਫਿਰ ਵਿਆਹ ਤੋਂ ਪਹਿਲਾਂ ਲੈ ਲਿਆ ਇਹਨਾਂ ਨੇ ਤੁਹਾਡੇ ਤੋਂ? ਹਾਂਜੀ, ਇਹ 12 ਹੋ ਗਿਆ, 12 ਲੱਖ ਹੋ ਗਿਆ, ਫਿਰ 3 ਲੱਖ। ਪਰ ਜਿਹੜਾ 3 ਲੱਖ ਰਹਿ ਗਿਆ ਨਾ, ਮੇਰੇ ਡੈਡੀ ਕਹਿੰਦੇ ਵੀ ਆਨੰਦ ਕਾਰਜ ਨਾ ਕੱਲ ਨੂੰ ਮੁੰਡਾ ਕਰੇ ਹਨਾ, ਉਹ ਕਹਿੰਦੇ ਵੀ ਆਨੰਦ ਕਾਰਜ ਹੋ ਲੈਣ ਤੇ ਉਸ ਤੋਂ ਬਾਅਦ ਦੇਣਾ ਜੀ। ਇਹ ਬੰਦੇ ਨੇ ਸਾਡੇ ਤੇ ਇੰਨਾ ਵਿਸ਼ਵਾਸ ਨਹੀਂ ਕੀਤਾ। ਇਹਨੇ ਜਿਹੜਾ ਟੈਚੀ ਮੈਨੂੰ ਕੋਈ ਸਮਾਨ ਨਹੀਂ ਦਿੱਤਾ ਸੀ, ਮੇਰੇ ਘਰਦਿਆਂ ਨੇ ਇੱਕ ਟੈਚੀ ਦਿੱਤਾ ਸੀ ਕੱਪੜਿਆਂ ਵਾਲਾ, ਉਹਦੇ ਵਿੱਚ ਇਹ ਬੰਦੇ ਨੇ ਚੈੱਕ ਕਰਕੇ ਜੀ ਮੇਰੇ ਆਨੰਦ ਲਏ ਸੀ। ਆਨੰਦ 3 ਲੱਖ ਰੁਪਇਆ ਟੈਚੀ ਦੇਖ ਕੇ ਫੇਲ ਲੱਗ ਗਈ ਹੈ ਤੁਹਾਨੂੰ? ਹਾਂਜੀ ਸਰ, ਇਹਨਾਂ ਨੇ ਚੈੱਕ ਕੀਤਾ ਅੰਦਰ ਰੂਮ ਦੇ ਵਿੱਚ ਆ ਕੇ। ਆਨੰਦ ਨੇ ਚੈੱਕ ਕੀਤਾ? ਨਹੀਂ ਸਰ, ਮੇਰੇ ਹਸਬੰਡ ਆਪ ਅੰਦਰ ਆਏ ਪਾਣੀ ਪੀਣ ਦੇ ਬਹਾਨੇ। ਇਹ ਕਹਿੰਦੇ ਮੈਨੂੰ ਗਰਮੀ ਬਹੁਤ ਹੁੰਦੀ ਹੈ, ਘਬਰਾਹਟ ਹੁੰਦੀ ਆ। ਨਣਦ ਨੇ ਜੀ ਸਾਨੂੰ ਮਿਲਾ ਕੇ ਨਣਦ ਵੀ ਪੈਸੇ ਵਿੱਚੋਂ ਜਦੋਂ ਮੰਗਣੇ ਸ਼ੁਰੂ ਕਰਤੇ, ਨਣਦ ਕਹਿੰਦੀ ਵੀ ਮੈਨੂੰ ਵੀ ਪੈਸੇ ਚਾਹੀਦੇ ਨੇ। ਸਰ ਨਣਦ ਆਪਣੇ ਸਾਈਡ ਤੇ ਕਰਤੀ, ਕਿਉਂਕਿ 15 ਲੱਖ ਤਾਂ ਇਹਨਾਂ ਨੂੰ ਆਪ ਹੀ ਚਾਹੀਦਾ ਸੀਗਾ, ਤੇ ਨਣਦ ਨੂੰ ਜੀ ਕਿੱਥੋਂ ਪੈਸੇ ਦੇ ਦਿੰਦੇ। ਉਦੋਂ ਬਾਅਦ ਇਹਨਾਂ ਨੇ ਨਣਦ ਨੂੰ ਵਿਆਹ ਦੇ ਵਿੱਚ ਨਹੀਂ ਸ਼ਾਮਲ ਕੀਤਾ, ਬਾਹਰ ਹੀ ਰੱਖਿਆ ਨਣਦ ਨੂੰ। ਬਸ 3 ਲੱਖ ਰੁਪਏ ਪਾਣੀ ਪੀਣ ਦੇ ਬਾਅਦ ਸਾਡੇ ਬੈਡਰੂਮ ਨਾਲ ਸਾਡੇ ਕਮਰੇ ਬਣਿਆ 3 ਜੀ, ਉੱਥੇ ਇਹਨਾਂ ਨੇ ਚੈੱਕ ਕੀਤਾ ਬਈ 3 ਲੱਖ ਰੁਪਈਆ ਇਹਦੇ ਵਿੱਚ ਹੈਗਾ ਵਾ ਬਹਾਨੇ ਨਾਲ। ਸਰ ਮੈਂ ਪੜਾਉਂਦੀ ਹੁੰਦੀ ਸੀ, ਪਹਿਲਾਂ ਟੀਚਿੰਗ ਕੀਤੀ ਆ, ਮੇਰੇ ਪ੍ਰਿੰਸੀਪਲ ਮੈਡਮ ਕੋਲੇ ਬੈਠਿਆ, ਉਹ ਮੈਨੂੰ ਕਹਿੰਦੇ ਵੀ ਕੀ ਕਰਨ ਆਇਆ ਅੰਦਰ, ਮੇਰੇ ਵੀ ਪਾਣੀ ਪੀਣ ਆਏ ਨੇ। ਸਰ ਘਰ ਦਾ ਵਿਆਹ ਸੀਗਾ ਸਾਡਾ, ਘਰੇ ਵਿਆਹ ਕੀਤਾ ਸੀ, ਪੈਲਸ ਨਹੀਂ ਕੀਤਾ ਸੀਗਾ। ਸਰ ਉਹ ਚੈੱਕ ਕਰਕੇ ਫਿਰ ਇਹ ਬੰਦਾ ਮੈਨੂੰ ਆਨੰਦ ਲੈਣ ਤੁਰਿਆ। ਤੁਸੀਂ ਇਹੋ ਜਿਹਾ ਕੰਮ ਤੁਸੀਂ ਨਹੀਂ, ਹੋਰ ਬਹੁਤ ਸਾਰੇ ਲੋਕਾਂ ਨੇ ਕੀਤਾ ਹੈ। ਚਲੋ ਮਜ਼ਬੂਰੀ ਜ਼ਿੰਦਗੀ ਮੈਂ ਬਹੁਤ ਨਹੀਂ ਕੁਝ ਜਾਣਨਾ ਚਾਹੁੰਦਾ ਕਿ ਤੁਸੀਂ ਕੈਨੇਡਾ ਚੱਲ ਜਾਓਗੇ, ਤੁਹਾਡਾ ਫਾਦਰ ਸੋਚਦਾ ਹੋਣਾ ਚਲੋ 15 ਲੱਖ ਲਾ ਦੂੰਗਾ, ਮੇਰੀ ਧੀਆਂ 3 ਆ, ਮੇਰਾ ਮੁੰਡਾ ਆ, ਅਸੀਂ ਸਾਰੇ ਕੈਨੇਡਾ ਚੱਲ ਜਾਵਾਂਗੇ 15 ਲੱਖ ਦੇ ਵਿੱਚ, ਚੰਗੀ ਗੱਲ ਹੈ, ਸਾਡੀ ਡੀਲ ਬਣਦੀ ਹੈ। ਤੁਸੀਂ ਅੱਛਾ, ਉਸ ਤੋਂ ਬਾਅਦ ਵਿਆਹ ਕਰਾ ਕੇ ਵਿਆਹ ਦੇ ਵਿੱਚ ਕਿੰਨੇ ਕੁ ਲੋਕ ਜਿਹੜੇ ਆਉਂਦੇ ਨੇ ਬਰਾਤੀ ਇਹਨਾਂ ਵੱਲੋਂ ਤੇ ਤੁਹਾਡੇ ਵੱਲੋਂ, ਕਿੰਨੇ ਕੁ ਲੋਕ ਹੁੰਦੇ ਆ? ਪੈਲਸ ਵਿੱਚ ਵਿਆਹ ਹੋਇਆ ਫਿਰ? ਨਹੀਂ ਵਿਆਹ ਘਰ ਵਿੱਚ ਹੋਇਆ। ਇਹਨਾਂ ਵੱਲੋਂ ਤਾਂ ਠੀਕ ਹੀ 100 ਬੰਦੇ ਦਾ ਇਕੱਠ ਸੀਗਾ ਜੀ, ਇੰਨੇ ਖਾਸ ਇਕੱਠ ਨਹੀਂ ਕਰਿਆ ਇਹਨਾਂ ਨੇ। ਆਪ ਸਾਡੇ ਵੱਲੋਂ ਸੀਗਾ, ਤਾਂ ਸਾਡੇ ਪਹਿਲਾ ਵਿਆਹ ਕਰਕੇ ਕਾਫੀ ਇਕੱਠ ਸੀਗਾ ਜੀ। ਤੁਸੀਂ ਵੀ ਸਾਰਾ ਇਕੱਠ ਕਿੱਥੇ ਕੀਤਾ? ਪਿੰਡ ਦੇ ਵਿੱਚ ਟੈਂਟ ਲਾਇਆ? ਹਾਂਜੀ ਟੈਂਟ ਲਾਇਆ, ਸਾਡੇ ਨਾਲ ਨਾ ਕੋਠੀ ਬਣਾਈ ਸੀ ਕਿਸੇ ਨੇ, ਉਹ ਸੈੱਟ ਨਹੀਂ ਹੋਈ ਸੀ, ਉਹ ਕੋਠੀ ਦੇ ਵਿੱਚ ਉਹ ਪੈਲਸ ਦੀ ਤਰ੍ਹਾਂ ਅਰੇਂਜਮੈਂਟ ਕਰਤਾ ਸੀ। ਉੱਥੇ ਵੀ ਖਰਚਾ ਕੀਤਾ? ਵਿਆਹ ਤੇ ਕਿੰਨਾ ਖਰਚਾ ਕੀਤਾ? ਸਰ ਸਾਡਾ ਸਾਰਾ ਕੁੱਲ ਮਿਲਾ ਕੇ 20 ਲੱਖ ਰੁਪਏ ਦੇ ਗੇੜ ਸਾਡਾ ਖਰਚਾ ਆ ਗਿਆ, ਬਿਨਾਂ ਗੋਲਡ ਦੇ ਵਿੱਚੋਂ, ਯਾਨੀ ਕਿ ਗੋਲਡ ਡੈਡੀ ਕੋਲੇ ਘਰੇ ਪਿਆ ਸੀ, ਗੋਲਡ ਉਹ ਬਣਾ ਕੇ ਕਰਕੇ ਉਹਨਾਂ ਨੇ ਉਹ ਗੋਲਡ ਇਹਨਾਂ ਨੂੰ ਪਾਤਾ ਸੀ। ਇਸ ਵਿਅਕਤੀ ਦਾ ਵੱਡਾ ਭਰਾ ਆਇਆ ਸੀ ਵਿਆਹ ਤੇ? ਇਹ ਨਹੀਂ, ਇਹਨੂੰ ਕੋਈ ਫੈਮਿਲੀ ਦਾ ਮੈਂਬਰ ਨਹੀਂ, ਇਹ ਵਿਅਕਤੀ ਨਾਲ ਆਇਆ। ਇਹਦੀ ਮਾਂ ਇਹਦਾ ਪੇ ਆਇਆ? ਉਹ ਇੱਥੇ ਇੰਡੀਆ 'ਚ ਹੀ ਸੀਗੇ ਜੀ, ਉਹਨਾਂ ਨੂੰ ਤਾਂ ਇੱਕ ਵਾਰ ਮਾਤਾ ਨੂੰ ਤਾਂ ਲੈ ਕੇ ਨਹੀਂ ਗਏ ਜੀ ਆਪਣੀ ਨੂੰ।
ਫਾਦਰ ਸਾਹਿਬ ਨੂੰ ਲੈ ਗਏ ਸੀਗੇ, ਉਹਨਾਂ ਨੂੰ 3 ਮਹੀਨੇ ਬਾਅਦ ਇਹ ਵਾਪਸ ਮੋੜ ਲਿਆ। ਨਹੀਂ ਵਿਆਹ ਤੇ ਆਏ ਸੀ ਮਾਂ ਪੇ? ਹਾਂਜੀ ਹਾਂਜੀ ਵਿਆਹ ਤੇ ਸੀਗੇ ਜੀ। ਉਹ ਨਨਾਣ ਸੀਗੀ ਵਿਆਹ ਤੇ? ਵਿਆਹ ਤੇ ਨਨਾਣ ਨਹੀਂ ਸੀਗੀ। ਨਨਾਣ ਆਈ ਨਹੀਂ ਗੀ? ਨਹੀਂ ਨਨਾਣ ਆਈ, ਨਨਾਣ ਪੈਸੇ ਮੰਗਦੀ ਸੀਗੀ ਤੇ ਇੱਕ ਨਨਾਣ ਹੋਰ ਡੀਲ ਕਰਦੀ ਸੀ। ਮੇਰੀ ਸਿਸਟਾਂ ਬਹੁਤ ਸੋਹਣੀਆਂ ਸੀ, ਉਹ ਕਹਿੰਦੀ ਸੀ ਕਿ ਮੇਰੇ ਮੁੰਡੇ ਦੇ ਨਾਲ ਉਹਦਾ ਤੁਸੀਂ ਵਿਆਹ ਕਰੋ, ਵੀ ਮੇਰੀ ਇਹ ਵਿੱਚ ਸ਼ਰਤ ਆ ਵੀ ਮਾਮੇ ਭੂਆ ਦੇ ਮੁੰਡੇ ਹੋ ਜਾਣਗੇ ਇਹ। ਤੇ ਫਿਰ ਮੇਰੇ ਸਹੁਰਾ ਸਾਹਿਬ ਬਹੁਤ ਚੰਗੇ ਨੇਚਰ ਦੇ ਸੀਗੇ, ਉਹ ਕਹਿੰਦੇ ਵੀ ਇਹ ਫਰਾਡ, ਇੱਕ ਤਾਂ ਇਹਨਾਂ ਤੋਂ ਪੈਸੇ ਲੈ ਲਏ ਆਪਾਂ, ਵੀ ਇੱਕ ਇਹ ਫਰਾਡ ਨਹੀਂ ਇਹਨਾਂ ਨਾਲ ਹੋਣ ਦੇਣਾ, ਵੀ ਉਹ ਮੁੰਡੇ ਕੋਲ ਜ਼ਮੀਨ ਨਹੀਂ, ਜਾਇਦਾਦ ਨਹੀਂ, ਵੀ ਐਜੂਕੇਟਡ ਨਹੀਂ, ਭੈਣਾਂ ਪੜ੍ਹੀਆਂ ਲਿਖੀ ਪੜ੍ਹਦੀ ਸੀ, ਮੇਰੀ ਭੈਣ ਜੀ BA ਕਰਦੀ ਸੀ ਕਾਲਜ ਦੇ ਵਿੱਚ। ਉਹ ਅੱਛਾ, ਕਹਿੰਦੇ ਹੁਣ ਕਿਸ ਤਰ੍ਹਾਂ ਡਗਾਉਣੀ ਆ ਕਿ ਮੇਰੇ ਕੁੜੀ ਦਾ ਰਿਸ਼ਤਾ ਤੁਹਾਨੂੰ ਇੱਧਰ ਕਰਨਾ ਪੈਣਾ ਆ? ਹਾਂਜੀ ਹਾਂਜੀ ਸਰ, ਉਹ ਸੀ ਜਵਾਬ ਦੇਤਾ। ਸਹੁਰਾ ਸਾਹਿਬ ਨੇ ਮੇਰੇ ਨੇ ਜਵਾਬ ਦੇਤਾ ਸੀ ਜੀ, ਉਹ ਅਸੀਂ ਮੈਂ ਝੂਠ ਬੋਲਣਾ ਸੁਣਿਆ ਉਹਨਾਂ ਨੇ ਕਿਹਾ। ਇਹਨਾਂ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਜਿਹੜੇ ਇਸ ਤਰ੍ਹਾਂ ਡੀਲ ਬਣਾਉਂਦੇ ਨੇ। ਦਿਸ ਵੈਰੀ ਸੈਡ। ਐਨੀਵੇ, ਵਿਆਹ ਕਰਾ ਕੇ ਤੁਹਾਡੇ ਨਾਲ ਕਿੰਨੇ ਦਿਨ ਰਿਹਾ? ਤੂੰ ਸਹੁਰੇ ਘਰ ਗਏ ਆਪਣੇ? ਹਾਂਜੀ ਸਰ, ਮੈਂ ਸਹੁਰੇ ਘਰ ਗਈ ਹਾਂ। ਕਿੰਨੇ ਚਿਰ ਆਏ ਤੁਸੀਂ? ਵਿਆਹ ਕਰਾ ਕੇ ਇਹ ਲਗਾਤਾਰ ਜੀ 5 ਮਹੀਨੇ ਇਹ ਪੂਰੇ ਮਈ ਤੇ ਜੂਨ ਚ ਗਏ ਜੀ। ਇਹ ਲਗਾਤਾਰ 5 ਮਹੀਨੇ ਕੰਮ ਨਹੀਂ ਕਰਦੇ ਸੀ ਕੈਨੇਡਾ ਚ? ਇਹ ਕੈਨੇਡਾ ਦੇ ਵਿੱਚ ਜੀ ਹੁਣ ਕੰਮ ਤਾਂ ਇਹਨਾਂ ਦਾ ਐਸਾ ਵੈਸੇ ਸੀਗਾ ਜੀ, ਕੈਨੇਡਾ ਚ ਕੰਮ ਕਰਦੇ ਹੁੰਦੇ, ਇੰਡੀਆ ਚ ਆ ਕੇ ਥੋੜੀ 15 ਲੱਖ ਦੀ ਡਿਮਾਂਡ ਕਰਨੀ ਸੀ ਇਹਨਾਂ ਨੇ। ਨਹੀਂ ਤੇ ਲੋਕਾਂ ਨੇ, ਮੈਨੂੰ ਪਤਾ ਲੋਕਾਂ ਨੇ ਪੈਸੇ ਦੇ ਕੇ ਇਹਦਾ ਵਿਆਹ ਕਰਾਏ ਨੇ। ਅੱਛਾ, ਫਿਰ ਹੋਰ ਦੱਸੋ, ਹੋਰ ਕੀ ਹੋਇਆ? ਤੁਸੀਂ ਮੈਨੂੰ ਕੋਈ ਦੱਸ, ਜੇਲ੍ਹ ਦੀ ਗੱਲ ਦੱਸ ਰਹੇ ਸੀ, ਉਹ ਕੀ ਸੀਗਾ? ਹਾਂਜੀ ਸਰ, ਇਹ ਮੈਂ ਆ ਗਈ ਸੀ, ਮੇਰੇ ਸਹੁਰਾ ਸਾਹਿਬ ਐਕਸਪਾਇਰ ਹੋ ਗਏ। ਤੁਸੀਂ 5 ਸਾਲ ਹੋਲਡਰ 5 ਸਾਲ ਰਹੇ, ਤੁਸੀਂ ਬੱਚੇ ਨੂੰ ਜਨਮ ਦਿੱਤਾ ਕਿਸੇ ਨੂੰ? ਪਹਿਲਾਂ 5 ਮਹੀਨੇ ਰਹੇ ਸਰ। ਹਾਂਜੀ, ਮੈਂ ਪ੍ਰੈਗਨੈਂਟ ਹੋ ਗਈ ਸੀ ਸਰ, ਮੇਰੀ ਇੱਕ ਬੇਟੀ ਆ। ਤੁਸੀਂ 5 ਮਹੀਨਿਆਂ ਦੇ ਵਿੱਚ ਇੱਕ ਬੱਚੇ ਦੀ ਮਾਂ ਬਣਨ ਦੇ ਯੋਗ ਹੋ ਗਿਆ। ਫਿਰ ਤੁਸੀਂ ਬੱਚੇ ਨੂੰ ਜਨਮ ਜਿਹੜਾ ਮਤਲਬ ਸਾਲ ਦੇ ਵਿੱਚ ਦੇ ਦਿੱਤਾ ਵਿਆਹ ਕਰਾਉਣ ਤੋਂ ਬਾਅਦ। ਤੁਹਾਡਾ ਬੱਚਾ 2010 ਵਿੱਚ ਪੈਦਾ ਹੋਇਆ, ਪਹਿਲਾ ਬੱਚਾ। ਹਾਂਜੀ ਸਰ। ਸੋ ਤੁਹਾਨੂੰ ਪੂਰਾ ਪਿਆਰ ਕਰਦਾ ਸੀਗਾ? ਹਾਂਜੀ ਸਰ, ਬਹੁਤ ਵਧੀਆ ਸੀਗੇ, ਨਾਈਸ ਸੀਗੇ, ਕੋਈ ਐਵੇਂ ਦੀ ਗੱਲ ਨਹੀਂ ਸੀਗੀ ਸਾਡੇ ਚ। ਇਹ ਮਤਲਬ ਤੁਸੀਂ ਇਹਨੂੰ ਪਿਆਰ ਕਰਦੇ ਸੀ, ਤੁਸੀਂ ਖੁਸ਼ ਸੀਗੇ ਦੋਨੇ ਜਾਣੇ, ਤੀਵੀਂ ਆਦਮੀ? ਹਾਂਜੀ ਸਰ, ਖੁਸ਼ ਸੀ। ਓਕੇ, ਸੋ ਤੁਸੀਂ ਗੁੱਡੀ ਨੂੰ ਜਨਮ ਦਿੱਤਾ, ਆਪ ਤੁਹਾਡੇ ਘਰ ਧੀ ਆ ਇੱਕ? ਹਾਂਜੀ ਸਰ। ਉਹ ਬੱਚਾ ਕਿੱਥੇ ਆ ਹੁਣ? ਉਹ ਬੱਚਾ ਸਰ ਉਦੋਂ ਬਾਅਦ ਮੈਂ ਕਹਿੰਦਾ ਲੋਹੜੀ ਮਨਾਉਣ ਆ ਗਈ। ਮੇਰੇ ਹਸਬੰਡ 2010 ਦੇ ਵਿੱਚ ਮੇਰੇ ਕੋਲ 1 ਮਹੀਨਾ ਰਹੇ। ਓਕੇ, ਫਿਰ ਕੀ ਹੋਇਆ? ਫਿਰ ਇਹ ਸਰ ਇਹ ਕੰਮ ਕਰਦੇ ਸੀ ਡਰੱਗ ਦਾ। ਇਹ ਹੀਰੋਇਨ ਫੜੀ ਗਈ ਇਹਨਾਂ ਦੇ ਕੋਲੋਂ 5 ਕਿਲੋ। ਵਾਈ ਕਮ ਔਨ, ਸਟਾਪ ਇਟ ਪਲੀਜ਼। ਤੁਸੀਂ ਦੋਸ਼ ਨਾ ਲਾਇਓ, ਸੱਚੀ ਗੱਲ ਹੈ 5 ਕਿਲੋ ਹੀਰੋਇਨ? ਨਹੀਂ ਸਰ, ਮੈਂ ਦੋਸ਼ ਨਹੀਂ ਲਾਉਂਦੀ। ਇਹ ਰੈਸਟ ਹੋ ਕੇ ਆਏ ਨੇ ਜੀ ਜਾਪਾਨ ਦੇ ਵਿੱਚ। ਮੈਂ ਤੁਹਾਨੂੰ ਐਡਰੈਸ ਵੀ ਪਾਇਆ ਵਾ। ਇਹ ਜਾਪਾਨ ਦੀ ਜੇਲ੍ਹ ਦੇ ਵਿੱਚ 13 ਸਾਲ ਦੀ ਸਜ਼ਾ ਹੋਈ ਸੀ ਇਹਨਾਂ ਨੂੰ। 6.5 ਸਾਲ ਇਹ ਕੱਟੇ। ਸਾਡੀਆਂ ਚਿੱਠੀਆਂ ਹੁੰਦੀਆਂ ਸੀ ਇਹਨਾਂ ਦੀ। ਵਿਆਹ ਤੋਂ ਬਾਅਦ ਹੋਇਆ ਸਾਰਾ ਕੁਝ? ਹਾਂਜੀ ਸਰ, 2010 ਦੇ ਵਿੱਚ ਹੋਇਆ, ਮਈ ਦੇ ਮਹੀਨੇ ਚ। 30 ਮਈ ਨੂੰ ਇਹ ਇੰਡੀਆ ਨੂੰ ਆ ਰਹੇ ਸੀ ਜਾਪਾਨ 에ਅਰਲਾਈਨ ਦੇ ਵਿੱਚ। 23 ਮਈ ਨੂੰ ਜਾਪਾਨ 에ਅਰਲਾਈਨ ਦੇ ਵਿੱਚ ਤੁਹਾਡਾ ਹਸਬੰਡ ਆ ਰਿਹਾ ਸੀ? ਕਿੱਥੇ ਨੂੰ? ਇੰਡੀਆ ਨੂੰ? ਹਾਂਜੀ, ਇੰਡੀਆ ਨੂੰ ਆ ਰਹੇ ਸੀ। ਹਾਂਜੀ, ਜਾਪਾਨ 에ਅਰਲਾਈਨ ਵਿੱਚ। ਉਹ ਕੈਨੇਡਾ ਤੋਂ ਜਾਪਾਨ ਗਿਆ, ਜਾਪਾਨ ਤੋਂ ਇੰਡੀਆ ਨੂੰ ਆ ਰਿਹਾ ਸੀ? ਹਾਂਜੀ ਹਾਂਜੀ। 5 ਕਿਲੋ ਡਰੱਗ ਇਹ ਇੰਡੀਆ ਨੂੰ ਲਿਆ ਸੀ, ਇੰਡੀਆ ਤੋਂ ਲਿਜਾ ਰਿਹਾ ਸੀ? ਇਹ ਜਾਪਾਨ ਦੇ ਰਹੇ ਸੀ, ਕੈਨੇਡਾ ਤੋਂ ਲੈ ਕੇ ਆਏ ਸੀ। ਜਾਪਾਨ ਦੇ ਵਿੱਚ ਇਹਨਾਂ ਨੇ ਇੱਥੇ ਕਿਸੇ ਨੂੰ ਦੇਣੀ ਸੀ ਜੀ। ਜਾਪਾਨ ਵਿੱਚ ਕਿਸੇ ਨੂੰ ਦੇਣੀ ਸੀ ਇਹਨੇ, ਤੇ ਜਾਪਾਨ 에ਅਰਪੋਰਟ ਤੋਂ ਫੜ ਹੋ ਗਏ ਇਹ? ਹਾਂਜੀ ਸਰ, 에ਅਰਪੋਰਟ ਤੇ ਫੜ ਹੋ ਗਏ। ਕਿੰਨਾ ਸਮਾਂ ਰਿਹਾ ਜਾਪਾਨ ਵਿੱਚ ਜੇਲ੍ਹ ਚ? ਫਿਰ ਜਾਪਾਨ ਦੇ 6.5 ਸਾਲ ਇਹਨਾਂ ਦੀ ਲੈਟਰਾਂ ਹੁੰਦੀਆਂ ਸੀਗੀਆਂ। ਇਹਨਾਂ ਦੀ ਮਦਰ ਮੇਰੇ ਕੋਲੇ ਸੀਗੇ, ਮਦਰ ਇਨ ਲਾ, ਤੇ ਉਹ ਸਾਡਾ ਆਪਸ ਵਿੱਚ ਬਹੁਤ ਪਿਆਰ ਸੀਗਾ ਦੋਨਾਂ ਜਾਣਿਆਂ ਦਾ। ਤੁਸੀਂ ਜਿੱਥੋਂ ਤੁਸੀਂ ਸੌਰੀ ਰਹੇ ਆ, ਤੇ ਤੁਹਾਨੂੰ ਜਦੋਂ ਜੇਲ੍ਹ ਹੋਈ ਆ, ਫੜ ਹੋ ਗਿਆ, ਤੇ ਇਹ ਦੱਸਿਆ ਫਿਰ ਕਿ ਮੈਨੂੰ ਜੇਲ੍ਹ ਹੋ ਗਈ ਆ? ਹਾਂਜੀ ਸਰ, ਇਹ ਉਦੋਂ ਬਾਅਦ ਇਹਨਾਂ ਨੂੰ ਸਾਨੂੰ ਦਸੰਬਰ ਦੇ ਵਿੱਚ ਇੱਕ ਨਾ ਇਮੀਗ੍ਰੇਸ਼ਨ ਦੇ ਵਿੱਚੋਂ ਇੱਕ ਲਾਹੌਰ ਦੇ ਥਰੂ ਕਾਲ ਆਈ ਸਾਨੂੰ, ਕਹਿੰਦੇ ਵੀ ਇਦਾਂ ਕਰਕੇ ਵੀ ਤੁਹਾਡੇ ਹਸਬੰਡ ਅਰੈਸਟ ਹੋ ਗਏ, ਉਹਨਾਂ ਨੂੰ ਇੰਨੀ ਸਜ਼ਾ ਹੋ ਚੁੱਕੀ ਆ। ਸਾਨੂੰ ਤੇ ਲੈਟਰਾਂ ਹੁੰਦੀਆਂ ਸੀ, ਚਿੱਠੀ ਇਹ ਪਾਉਂਦੇ ਨੇ, ਚਿੱਠੀ ਮੈਂ ਪਾਉਂਦੀ। ਸਾਰੀਆਂ ਚਿੱਠੀਆਂ ਸਰ ਮੇਰੇ ਕੋਲੇ ਪਈਆਂ ਨੇ, ਜਿਹੜੀਆਂ ਮੇਰੀਆਂ ਪਾਈਆਂ ਹੋਈਆਂ ਨੇ ਤੇ ਇਹਨਾਂ ਦੀਆਂ ਮੈਨੂੰ ਪਾਈਆਂ ਹੋਈਆਂ। ਉਹਦੇ ਵਿੱਚ ਲਿਖਿਆ ਹੈ ਮੈਂ ਜੇਲ੍ਹ 'ਚ ਆ ਤੇ ਮੈਨੂੰ ਜੇਲ੍ਹ ਹੋਈ ਆ? ਹਾਂਜੀ ਸਰ, ਹਾਂਜੀ ਸਰ, ਸਾਰਾ ਕੁਝ। ਹੁਣ ਜੀ ਜ਼ਮਾਨਤ ਤੇ ਬਾਹਰ ਨੇ। ਹੁਣ ਜ਼ਮਾਨਤ ਤੇ ਹੈ? ਹਾਂਜੀ ਸਰ, ਜ਼ਮਾਨਤ ਤੇ ਬਾਹਰ ਨੇ। ਇਹਨਾਂ ਨੂੰ ontario ਦੇ ਵਿੱਚੋਂ ਇਹ ਕਿਸੇ ਹੋਰ ਨਹੀਂ ਜਗ੍ਹਾ ਤੇ ਜਾ ਸਕਦੇ, ਇਹਨਾਂ ਨੂੰ ਉਹਨਾਂ ਕੇ ਏਰੀਆ ਦਿੱਤਾ ਗਿਆ ਵਾ। ਮਤਲਬ ਕੈਨੇਡਾ ਵਿੱਚ ਹੀ ਹੈ ਇਹ? ਹਾਂਜੀ ਸਰ। ਆਈ ਡੋਨਟ ਨੋ ਕੀ ਸਿਸਟਮ ਹੋਗਾ। ਇਹਨਾਂ ਕੋ ਕੈਨੇਡੀਅਨ ਪਾਸਪੋਰਟ ਹੈ? ਹਾਂਜੀ ਸਰ, ਸਿਟੀਜ਼ਨ ਨੇ। ਓ ਗॉड, ਇਹ ਕਿੰਨਾ ਪੜ੍ਹੇ ਨੇ? ਪੜ੍ਹੇ ਸਰ ਇੱਥੋਂ 10 ਕਰਕੇ ਗਏ ਨੇ, 2 ਕਲਾਸ ਇਹਨਾਂ ਨੇ ਇੱਥੇ ਜਾ ਕੇ ਕੀਤੀਆਂ।
ਵੈਰੀ ਸੈਡ। ਜਹਾਂਗੀਰ ਪਿੰਡ ਤੋਂ ਆਏ। ਹਾਂਜੀ ਸਰ, ਜਹਾਂਗੀਰ ਪਿੰਡ ਤੋਂ ਨੇ। ਤੁਸੀਂ ਜੋ ਕਹਿ ਰਹੇ ਸੱਚ ਕਹਿ ਰਹੇ ਹੋ। ਵਨ ਸਾਈਡ ਸਟੋਰੀ, ਸਾਡਾ ਸਹਿਮਤ ਹੋਣਾ ਨਾ ਹੋਣਾ ਕੋਈ ਜ਼ਰੂਰੀ ਨਹੀਂ, ਔਰ ਤੁਸੀਂ ਜ਼ਿੰਮੇਵਾਰ ਹੋ ਹਰ ਕੇਸ ਤੇ। ਹਾਂਜੀ ਹਾਂਜੀ, ਤੁਸੀਂ ਆਈ ਵਿਲ ਚੈੱਕ ਦੀ ਰਿਕਾਰਡਸ ਹੈ। ਇੰਡੀਆ ਵਿੱਚ ਵੀ ਕੋਈ ਰਿਕਾਰਡ ਹੈਗਾ ਬੈਡ ਪੁਲਿਸ ਤੇ? ਪੁਲਿਸ ਨੂੰ ਪਤਾ ਇੰਡੀਆ ਦੀ ਨੂੰ? ਨਹੀਂ ਸਰ, ਇੰਡੀਆ 'ਚ ਕੋਈ ਨਹੀਂ ਹੈਗਾ, ਇੱਧਰ ਕੈਨੇਡਾ 'ਚ। ਅੱਛਾ, 6.5 ਸਾਲ ਜਦੋਂ ਸਜ਼ਾ ਹੋਈ ਹੈ, ਸਜ਼ਾ ਹੋਣ ਤੋਂ ਬਾਅਦ ਫਿਰ ਇਹ ਇੰਡੀਆ ਆਏ ਜਾਂ ਫਿਰ ਇਹ ਸਿੱਧੇ ਅਮਰੀਕਾ ਕੈਨੇਡਾ? ਨਹੀਂ, ਇਹ ਕੈਨੇਡਾ ਹੀ ਆਏ ਨੇ ਸਿੱਧੇ। ਕੈਨੇਡਾ ਆ ਕੇ ਸਰ ਇਹਨਾਂ ਨੇ ਉਦੋਂ ਬਾਅਦ ਵਾਲਾ ਚਮਤਕਾਰ ਦੱਸਦੀ ਮੈਂ ਇਹਨਾਂ ਦੀ ਮਦਰ ਹੱਦ ਤੋਂ ਵੱਧ ਉਹਨਾਂ ਦੀ ਟੇਕ ਕੇਅਰ ਕੀਤੀ। ਉਹਨਾਂ ਨੇ ਵੀ ਮੇਰਾ ਹੱਦ ਤੋਂ ਵੱਧ ਕੀਤਾ, ਇੱਕ ਮਾਂ ਤੋਂ ਵੱਧ ਪਿਆਰ ਕੀਤਾ। ਨਹੀਂ, ਜਦੋਂ ਜੇਲ੍ਹ ਹੋ ਜਾਂਦੀ ਹੈ, ਜੇਲ੍ਹ ਜਿਹੜੀ ਹੈ ਕਿੰਨੇ ਸਾਲ, ਕਦੋਂ ਫਿਰ ਜੇਲ੍ਹ ਚੋਂ ਬਾਹਰ ਆਏ, ਕਿਹੜੇ ਸਾਲ ਚ ਬਾਹਰ ਆਏ ਹੈ? ਸਰ ਹਜੇ ਇਹ 2025 ਵਿੱਚ ਇਹਨਾਂ ਨੂੰ ਪਾਸਪੋਰਟ ਮਿਲਣਾ ਨਾ, ਹਜੇ ਨਾ ਕਲੀਅਰ ਨਹੀਂ ਹੋਇਆ ਕੇਸ ਇਹਨਾਂ ਦਾ ਹੈ। ਅੱਛਾ, ਹਾਲੇ ਵੀ ਡਰੱਗ ਦਾ ਕੇਸ ਚੱਲਦਾ ਆ? ਹਾਂਜੀ ਸਰ, ਇਹਨਾਂ ਨੇ ਆਉਣ ਸਾਰ ਦੇਖ ਲਓ ਸਰ, ਇਹ ਫੈਮਿਲੀ ਮੈਨ ਬਣਿਆ। ਇਹਨੇ ਆਉਣ ਸਾਰ ਸਰ ਇੱਕ ਵੀਕ ਆਪਣੀ ਸਿਸਟਰ ਦੇ ਘਰ ਰਿਹਾ। ਇਹ ਕਹਿੰਦਾ ਵੀ ਮੈਂ ਆਪਣੀ ਸਿਸਟਰ ਦੇ ਘਰ ਬੈਟਰ ਫੀਲ ਨਹੀਂ ਕਰਦਾ ਜੀ। ਮੈਂ ਕਿਹਾ ਚਲੋ ਕੋਈ ਨਾ, ਵੀ ਤੁਸੀਂ ਜੇਲ੍ਹ ਚੋਂ ਆਏ ਹੋ, ਕੋਈ ਗੱਲ ਨਹੀਂ ਹਨਾ। ਸਰ ਮੈਂ ਇਹਨਾਂ ਨੂੰ ਹੱਦ ਤੋਂ ਵੱਧ ਗੱਲ ਕਰਨੀ ਹਨਾ, ਬਹੁਤ ਅੰਡਰਸਟੈਂਡਿੰਗ ਕੀਤੀ ਇਹਨਾਂ ਨਾਲ। ਸਰ ਇਹ ਕਹਿੰਦੇ ਮੈਂ ਇੱਕ ਫਰੈਂਡ ਰੱਖ ਲਾਂ, ਮੈਨੂੰ ਕਹਿੰਦੇ। ਮੈਂ ਕਿਹਾ ਵੀ ਫਰੈਂਡ ਦਾ ਕੀ ਚੱਕਰ ਆ, ਕਿਹਨੂੰ ਵੀ ਮੈਂ ਠੀਕ ਰਹੂੰਗਾ ਵੀ ਮੈਂ ਏਦਾਂ ਕਰਕੇ ਵੀ ਜੇ ਫਰੈਂਡ ਬਣਾ ਲਾਂ। ਸਰ ਮੈਂ ਕਿਹਾ ਵੀ ਚਲੋ ਕੀ ਪਤਾ ਹਨਾ, ਵੀ ਉਹੀ ਕਹਿੰਦਾ ਮੈਂ ਤਾਂ ਇੱਥੇ ਆਮ ਜੀ ਗੱਲ ਆ, ਹੁਣ ਫਰੈਂਡ ਰੱਖਣੀ ਹੈ ਨਾ। ਮੈਂ ਇੱਕਨ ਚੁੱਪ ਜੇ ਕਰ ਗਈ, ਮੈਂ ਕੁਛ ਨਹੀਂ ਬੋਲੀ, ਡਰਦੀ ਮੈਂ ਝੂਠ ਬੋਲਾਂ। ਸਰ ਇਹ ਉਹਦੇ ਬਾਅਦ ਆ ਕੇ ਸਰ ਇਹਨਾਂ ਨੇ ਇੱਕ ਲੇਡੀਜ਼ ਰੱਖ ਲਈ ਫਿਲੀਪੀਨ ਦੇਸ਼ ਦੀ। Oh my God, come on baby, what's going on? ਸਰ ਇਹਨਾਂ ਦੀ ਇੱਕ ਬੇਟੀ ਹੋ ਗਈ। ਅੱਛਾ, ਉਹ ਵੀ ਬੇਟੀ ਹੋਈ ਹੈ? ਉਹਦੀ ਵੀ ਬੇਟੀ ਹੋ ਗਈ। ਇੱਕ ਸਾਰੇ ਪ੍ਰੈਗਨੈਂਟ ਨੇ ਹੁਣ ਇਹਨਾਂ ਦੀ ਦਵਾਈ ਹੋਣਾ ਮੈਂ ਜਨਵਰੀ ਦੇ ਵਿੱਚ। ਇਹ ਸਾਰਾ ਕੁਝ ਤੁਹਾਡੇ ਨਾਲ ਗੱਲਾਂ ਕਰਦਾ ਹੁਣ ਤੁਹਾਡਾ ਹਸਬੈਂਡ? ਨਹੀਂ ਸਰ, ਉਹ ਨਹੀਂ ਕੱਲਾ ਨਹੀਂ ਕਰਦਾ ਸੀ। ਮੇਰੀ ਬੇਟੀ ਚਲੀ ਗਈ ਸਰ ਦੀਵਾਲੀ ਵਾਲੇ ਦਿਨ ਇੰਡੀਆ ਤੋਂ। ਉਸ ਤੋਂ ਬਾਅਦ ਇਹਨਾਂ ਨੇ ਮੇਰੀ ਬੇਟੀ ਦੀ ਸਿਟੀਜ਼ਨ ਅਪਲਾਈ ਕਰਤੀ ਸਰ। ਹਾਂ, ਸਿਟੀ ਕਰ ਸਕਦੇ ਤਾਂ ਉਹ ਬੇਟੀ ਤੁਹਾਡੀ ਲੈ ਗਿਆ ਇਹ ਉੱਥੇ? ਹਾਂਜੀ, ਮੇਰੀ ਬੇਟੀ ਨੂੰ ਬੁਲਾ ਲਿਆ। ਉਹਨਾਂ ਟਾਈਮ ਮੇਰੇ ਨਾਲ ਬਹੁਤ ਨਾਈਸ ਰਿਹਾ, ਮੈਨੂੰ ਕੋਈ ਪਤਾ ਨਾ ਵੀ ਕੀ ਖਿਚੜੀ ਪੱਕ ਰਹੀ ਹੈ ਉਹਦੇ ਘਰ। ਜਦੋਂ ਮੇਰੀ ਬੇਟੀ ਨੇ ਜਾ ਕੇ ਮੈਨੂੰ ਦੱਸਿਆ ਵੀ ਮੰਮੀ ਇੱਥੇ ਤਾਂ ਇੱਕ ਆਂਟੀ ਨੇ, ਇੱਕ ਬੱਚਾ ਵਾ, ਵੀ ਉਹੀ ਹਸਬੈਂਡ ਵਾਈਫ ਨਾਲ ਦੀ ਫੋਟੋ ਲੱਗੀ ਵੀ ਆ ਘਰੇ। ਸਰ ਜਦੋਂ ਮੈਨੂੰ ਪਤਾ ਲੱਗਿਆ ਓ ਪਲੀਜ਼ ਨਾ ਰੋ, ਤੁਸੀਂ ਇਸ ਤਰ੍ਹਾਂ ਨਾ ਕਰੋ ਕਰਮਜੀਤ। ਮੇਰਾ ਮਨ ਜਿਹੜਾ ਬਹੁਤ ਪਰੇਸ਼ਾਨ ਹੋ ਰਿਹਾ ਕਿ ਤੁਹਾਡੇ ਨਾਲ ਬਹੁਤ ਧੋਖਾ ਹੋਇਆ ਧੀ ਰਾਣੀਏ, ਕਿ ਤੁਹਾਡੀ ਧੀ ਨੇ ਦੱਸਿਆ ਕਿ ਇਹਨੇ। ਓ ਮਾਈ ਗॉड, ਕਿੰਨਾ ਹਾਰਡ ਹੈ, ਲੋਕ ਕੀ ਕਰਦੇ ਨੇ। ਓ ਮਾਈ ਗॉड, ਪੁੱਬਾ ਮਾਰ ਕੇ ਰੋ ਰਹੀ ਹੈ ਵਿਚਾਰੀ। ਨਾ ਹੈ ਕਰਮਜੀਤ ਤੇ ਕਰਮ ਕਿੰਨੇ ਮਾੜੇ ਨੇ ਇਹਦੇ। ਹੁਣ ਇਹ ਧੀ ਲੈ ਗਿਆ ਆ ਤੇ ਹੁਣ ਇਹਨੂੰ ਛੱਡਿਆ ਆ ਤੇ ਹੁਣ ਤੁਹਾਨੂੰ ਬੁਲਾ ਨਹੀਂ ਰਿਹਾ? ਨਹੀਂ ਧੀ ਵੀ ਮੇਰੇ ਖਿਲਾਫ ਕਰਤੀ। ਮੈਂ ਧੀ ਨੂੰ ਪੜਾਇਆ ਲੋਕਾਂ ਤੋਂ ਮੰਗ ਕੇ, ਪਾਥੀਆਂ ਪੱਥ ਕੇ ਗੋਹੇ ਮੇਰੇ ਤੇ ਐਲੀਗੇਸ਼ਨ ਲਾਏ ਕਿ ਮੇਰੀਆਂ ਐਡਿਟ ਕਰਕੇ ਕਿਸੇ ਮਰਦ ਦੇ ਨਾਲ ਫੋਟੋਆਂ ਪਾਈਆਂ ਬੰਦੇ ਨੇ, ਤੂੰ ਗਲਤ ਆ ਕਹਿੰਦਾ। ਅੱਛਾ, ਤੇਰੇ ਤੇ ਦੋਸ਼ ਲਾਤੇ ਕਿ ਤੂੰ ਕਿਸੇ ਹੋਰ ਮੁੰਡੇ ਨਾਲ ਰਹਿੰਦੀ ਆ? ਹਾਂਜੀ ਸਰ, ਉਹ ਪਿੰਡ ਦੇ ਮੁੰਡੇ ਦੀ ਦੋਸਤ ਨੇ। ਪਿੰਡ ਕਿਹੜਾ ਮੁੰਡਾ ਤੁਹਾਡਾ? ਪਿੰਡ ਜਹਾਂਗੀਰ ਦੇ ਸਹੁਰਿਆਂ ਦੇ ਮੁੰਡੇ ਨਾਲ ਜਾਂ ਤੁਹਾਡੇ ਪੇਕਿਆਂ ਦੇ ਮੁੰਡੇ ਨਾਲ? ਨਹੀਂ, ਸਹੁਰਿਆਂ ਦੇ ਮੁੰਡੇ ਦੇ ਨਾਲ ਲਾਏ, 3-4 ਬੰਦਿਆਂ ਦੇ ਹੋਰ ਨਾਲ। ਉਹ ਮੁੰਡੇ ਨੇ ਸਾਡੀ ਜ਼ਮੀਨ ਵਾਹੀ ਸੀ, ਸਾਡੀ ਹੈਲਪ ਵੀ ਕੀਤੀ ਆ ਸਰ। ਜਿਹੜੇ ਮੈਂ ਸੱਚ ਕਹੂੰਗੀ, ਜੋ ਵੀ ਕਹੂੰਗੀ। ਉਹ ਤੋਂ ਬਾਅਦ ਸਰ ਮੇਰੀ ਬੇਟੀ ਨੇ ਮੈਨੂੰ ਜਦੋਂ ਦੱਸਿਆ, ਮੈਂ ਇਹਨਾਂ ਨੂੰ ਪੁੱਛਿਆ, ਮੈਂ ਕਿਹਾ ਇਹ ਕੀ ਗੱਲ ਆ, ਵੀ ਮੈਨੂੰ ਪਤਾ ਲੱਗਿਆ। ਨਹੀਂ, ਤੁਹਾਡੇ ਹਸਬੰਡ ਨੇ ਦੋਸ਼ ਲਾਏ ਆ ਕਿ ਤੁਹਾਡੇ ਸਹੁਰਿਆਂ ਨੇ ਮੁੰਡਾ ਦੇ ਜ਼ਮੀਨ ਬਾਣਾ ਸੀ ਕਿ ਤੂੰ ਉਸ ਤੁਹਾਡੇ ਰਿਲੇਸ਼ਨ ਤੋਂ ਬਣਾਏ ਹੋਏ ਨਾ, ਇਹ ਕਹਿੰਦਾ। ਹਾਂਜੀ ਸਹੀ ਗੱਲ। ਕਿਹੜਾ ਮੁੰਡੇ ਦਾ ਨਾਮ ਕੀ ਹੈ? ਜਹਾਂਗੀਰ ਵਾਲੇ ਮੁੰਡੇ ਦਾ ਨਾਮ ਕੀ ਹੈ? ਜਹਾਂਗੀਰ ਵਾਲੇ ਮੁੰਡੇ ਦਾ ਨਾਮ ਸਰ ਬੇਅੰਤ ਸਿੰਘ ਆ। ਤੋ ਬੇਅੰਤ ਸਿੰਘ ਇੰਡੀਆ ਰਹਿੰਦਾ। ਕਿੰਨੀ ਉਮਰ ਹੈ ਉਹਦੀ? ਸਰ ਇਹ ਵੀ 41-2 ਦਾ ਹੀ ਹੈ ਜੀ। ਉਹ ਵੀ 41 ਸਾਲ ਦਾ ਹੈ। ਉਹ ਸ਼ਾਦੀशुदा ਆ? ਉਹ ਸ਼ਾਦੀशुदा, 2 ਬੱਚੇ ਨੇ ਸਰ ਇਹਦੇ। ਤੇ ਉਹ ਕਹਿੰਦਾ ਹੈ ਕਿ ਤੁਹਾਡੇ ਰਿਲੇਸ਼ਨ ਨਾ ਬਣੇ ਹੋਏ ਆ? ਇਹਦੇ ਨਾਲ ਬਣੇ ਹੋਏ ਨੇ ਸਰ। ਤੁਸੀਂ ਮੈਨੂੰ ਸੱਚ ਦੱਸੋ ਕਿ ਜੋ ਤੁਸੀਂ ਕਹਿ ਰਹੇ ਹੋ ਤੁਹਾਡਾ ਕੋਈ ਰਿਲੇਸ਼ਨ ਨਹੀਂ ਹੈ? ਸਰ ਮੇਰਾ ਕੋਈ ਰਿਲੇਸ਼ਨ ਨਹੀਂ।
ਸਰ ਜਿਹੜੀਆਂ ਫੋਟੋਆਂ ਨੇ ਉਹਨਾਂ ਵਿੱਚ ਵੀ ਮੈਂ ਨਹੀਂ, ਉਹ ਪਤਾ ਨਹੀਂ ਕੌਣ ਐਡਿਟ ਕਰਕੇ ਇਹਨੇ ਸਰ ਬੰਦੇ ਨੇ ਮੇਰੇ ਤੋਂ ਖਹਿੜਾ ਸਜਾਉਣ ਦੇ ਮਾਰੇ ਨੇ ਵੀ ਜਦੋਂ ਮੇਰੀ ਬੱਚੀ ਮੇਰੇ ਬਰਖਲਾਫ ਕਰਤੀ, ਜਿਹੜੀ ਮੇਰੀ ਮੈਂ ਤੁਹਾਨੂੰ ਫੋਟੋਆਂ ਪਾਈਆਂ ਨੇ, ਜਿਹੜੀ ਬੱਚੀ ਮੰਮੀ ਮੰਮੀ ਕਰਦੀ ਸੀ ਸਰ, ਜਦੋਂ 에ਅਰਪੋਰਟ ਤੇ ਗਈ ਨਾ 에ਅਰਲਾਈਨ ਵਾਲਿਆਂ ਦੀ 에ਅਰ ਹੋਸਟਲ ਨੇ ਉਹਨੇ ਗੱਲ ਕੀਤੀ ਇੰਗਲਿਸ਼ ਦੇ ਵਿੱਚ, ਮੈਨੂੰ ਪ੍ਰਾਊਡ ਫੀਲ ਹੈ, ਮੈਨੂੰ ਬਹੁਤ ਸੀਗਾ ਮੈਂ ਬੱਚੇ ਨੂੰ ਸੋਹਣੀ ਐਜੂਕੇਸ਼ਨ ਦੇਵਾਂ। ਸਰ ਮੈਂ ਤੁਹਾਡੇ ਰੇਡੀਓ ਤੇ ਸੌਰੀ ਜੋ ਸ਼ਬਦ ਬੋਲਣ ਲੱਗੀ, ਇੱਕ ਬੱਚੇ ਤੋਂ 12 ਸਾਲ ਦੇ ਤੋਂ ਇਹ ਮਰਦ ਕਹਾ ਰਿਹਾ, ਮੇਰੀ ਬੇਟੀ ਕਹਿ ਰਹੀ ਹੈ ਮੈਨੂੰ ਉਦੋਂ ਪਹਿਲਾਂ ਮੌਤ ਆ ਜਾਂਦੀ ਇਹ ਗੱਲ ਸੁਣਨ ਤੋਂ ਪਹਿਲਾਂ, ਕਿ ਮੇਰੀ ਬੇਟੀ ਕਹਿ ਰਹੀ ਆ ਮੰਮੀ ਤੂੰ ਇੱਕ ਗਾਸਤੀ ਜਨਾਨੀ ਆ, ਮੇਰੀ ਬੇਟੀ ਮੈਨੂੰ ਕਹਿ ਰਹੀ ਆ। ਹਾਂਜੀ ਜਦ ਜਹਾਜ਼ ਜਾ ਰਹੀ ਹੈ ਮੌਤ ਆ ਜਾਂਦੀ, ਜਿਹੜੀ ਮਾਂ ਨੇ ਬੱਚੇ ਨੂੰ ਮੰਗ ਕੇ ਪੜਾ ਕੇ ਮੈਂ ਉੱਥੇ ਆਪਦਾ ਬੱਚਾ, ਉਹ ਬੱਚਾ ਮੇਰੇ ਬਰਖਲਾਫ ਕਰਤਾ। ਫਿਰ ਮੇਰੇ ਬੱਚੇ ਨੂੰ ਇੱਕ ਦਿਨ ਕਾਲ ਆਉਂਦੀ ਆ ਮੈਨੂੰ, ਨਹੀਂ ਤੁਹਾਡੀ ਗੁੱਡੀ ਜਦੋਂ ਜਹਾਜ਼ ਚ ਆਉਂਦੀ ਸੀ ਉਦੋਂ ਕਹਾਤਾ? ਨਹੀਂ ਜਹਾਜ਼ ਦੇ ਵਿੱਚ ਤਾਂ ਸਰ ਉਹ ਅੰਗਰੇਜ਼ੀ ਦੇ ਵਿੱਚ ਜਦੋਂ ਗੱਲਾਂ ਕਰਦੀ ਆਉਂਦੀ ਹੈ 에ਅਰ ਹੋਸਟਲ ਵਾਲਿਆਂ ਦੇ ਨਾਲ, ਕਹਿੰਦੀ ਮੰਮੀ ਵੀ ਮੈਨੂੰ ਤੂੰ ਇੰਨਾ ਸੋਹਣਾ ਪੜਾਇਆ। ਉਹਨੂੰ ਸਰ ਇੰਗਲਿਸ਼ ਬਹੁਤ ਸੋਹਣੀ ਬੋਲਦੀ ਸੀ। ਮਤਲਬ ਜੇ ਇਹ ਤੁਹਾਡੀ ਕੁੜੀ ਨੂੰ ਕੈਨੇਡਾ ਜਦੋਂ ਆ ਜਾਂਦੀ ਆ, ਇਹਨੇ ਆਪਣੀ ਬੱਸ ਵਿੱਚ ਕਰਕੇ ਤੇ ਕੈਨੇਡਾ ਆਈ ਕੁੜੀ ਤੋਂ ਕਹਾਇਆ? ਫਿਰ ਕੁੜੀ ਤੋਂ ਕਹਾਇਆ ਇੱਥੇ ਮੇਰੀ ਕੁੜੀ। ਹਾਂਜੀ ਮੰਮਾ ਜੀ ਹੁਣ ਸਾਰੇ ਕਿੰਨੀ ਤੁਹਾਡੀ ਕੁੜੀ ਦੀ ਉਮਰ ਕਿੰਨੀ ਹੈ ਇਸ ਵੇਲੇ? ਕੁੜੀ ਦੀ ਉਮਰ ਕਿੰਨੀ, ਤੁਹਾਡੇ ਬੱਚੇ ਦੀ ਉਮਰ ਕਿੰਨੀ ਹੈ? ਉਮਰ ਮੇਰੇ ਬੱਚੇ ਦੀ ਉਮਰ, ਮੇਰੇ ਬੱਚੇ ਨੂੰ 12ਵਾਂ ਸਾਲ ਲੱਗਿਆ ਹੋਇਆ। ਚਲੋ ਬੱਚੇ ਦਾ ਨਾਂ ਨਹੀਂ ਲੈਣਾ, ਬੱਚਾ ਛੋਟਾ ਆ, ਬੱਚਾ ਛੋਟਾ ਹੈ, ਬੱਚੇ ਨੇ ਗਲਤੀ ਕਰ ਲਈ, ਮਾਈਂਡ ਨਾ ਕਰੋ, ਧੀ ਹੈ ਤੁਹਾਡੀ, ਫਿਰ ਵੀ ਜਨਮ ਦਿੱਤਾ ਆ। ਔਰ ਮੈਂ ਦੱਸਾਂ ਸੱਚ ਰਹਿਣਾ, ਝੂਠ ਰਹਿਣਾ ਹੁੰਦਾ। ਘਬਰਾਓ ਨਾ, ਜ਼ਿੰਦਗੀ ਵਿੱਚ ਬੜਾ ਕੌਸ਼ ਤੋਮਤ ਲੋਕ ਲਾਉਂਦੇ ਹੁੰਦੇ ਆ, ਤੋਮਤਾਂ ਹੁੰਦੀਆਂ ਨੇ। ਕੋਈ ਬੰਦਾ ਤੋਮਤ ਲਾਵੇਗਾ, ਝੂਠ ਬੋਲੇਗਾ, ਉਹਦਾ ਪਰਦਾ ਫਾਸ਼ ਹੋਊਗਾ। ਮੈਂ ਆਪਣੀ ਜ਼ਿੰਦਗੀ ਦਾ ਐਕਸਪੀਰੀਅੰਸ ਹੈ ਬੇਟਾ, ਮੇਰੀ 62 ਸਾਲ ਦੀ ਉਮਰ ਹੋ ਗਈ, 40 ਸਾਲ ਮੈਨੂੰ ਹੋ ਗਏ ਨੇ ਇਸ ਫੀਲਡ ਦੇ ਵਿੱਚ, ਇਹ ਤੋਮਤਾਂ ਹੀ ਰਹਿਣੀਆਂ ਆ। ਤੁਸੀਂ ਘਬਰਾਓ ਨਾ, ਤੁਹਾਡੀ ਧੀ ਰਹਿਣੀ ਆ। ਜੇ ਨਹੀਂ ਸੱਦੂਗਾ, 12 ਸਾਲ ਹੋ ਗਏ ਆ, ਹੋਰ ਕੁਝ ਸਾਲ ਝੱਟ ਬੀਤ ਜਾਣੇ ਆ, ਤੁਹਾਡੀ ਧੀ ਨੇ ਤੁਹਾਨੂੰ ਸਪਾਂਸਰ ਕਰਕੇ ਮੰਗਾ ਲੈਣਾ, ਤੁਸੀਂ ਕੈਨੇਡਾ ਆ ਜਾਣਾ। ਔਰ ਤੁਹਾਨੂੰ ਮੈਂ ਮੁਬਾਰਕਬਾਦ ਦੇਣੀ ਚਾਹਾਂਗਾ। ਅਗਰ ਤੁਹਾਡੇ ਹਸਬੈਂਡ ਨੇ ਇਹ ਸ਼ਾਦੀ ਤੁਹਾਡੀ ਰਜਿਸਟਰ ਹੋਈ ਆ? ਨਹੀਂ ਸਰ ਰਜਿਸਟਰ ਨਹੀਂ ਕਰਾਈ ਇਹਨਾਂ ਨੇ। ਇਹ ਰਜਿਸਟਰ ਨਹੀਂ ਕਰਾਈ? ਨਹੀਂ ਸਰ। ਠੀਕ ਹੈ, ਕਿ ਮਤਲਬ ਉਂਝ ਤੁਹਾਡੇ ਵਿਆਹ ਦੀਆਂ ਫੋਟੋਆਂ ਤੁਹਾਡੇ ਕੋਲ ਹੈ? ਵਿਆਹ ਦੀਆਂ ਫੋਟੋਆਂ ਹੈਗੀਆਂ ਨੇ, ਬੱਚਾ ਸੀਗਾ ਸਰ, ਬੱਚੇ ਤੋਂ ਕਹਾਇਆ। ਫਿਰ ਸਰ ਕਹਿੰਦੇ ਬੱਚਾ ਕਹਿੰਦਾ ਮੇਰਾ ਬੱਚਾ 2 ਸਾਲ ਦਾ ਸੀ। ਤੁਹਾਡੇ ਪਾਸਪੋਰਟ ਬਣਿਆ ਉਹਦੇ ਮਦਰ ਦਾ ਨਾਂ ਤੁਹਾਡੇ ਪਾਸਪੋਰਟ ਦੇ ਉੱਪਰ ਤੁਹਾਡਾ ਲਿਖਿਆ ਹੋਇਆ? ਸਰ ਬੱਚੇ ਦਾ ਪਾਸਪੋਰਟ ਸਿਟੀਜ਼ਨ ਬਣਿਆ। ਸਿਟੀਜ਼ਨ ਬਣਿਆ ਉਹਦੇ ਉੱਪਰ? ਅੱਛਾ ਸਿਟੀਜ਼ਨ ਤੇ ਆਈ ਡੋਂਟ ਨੋ ਮਦਰ ਦਾ ਨਾਮ ਲਿਖਿਆ ਗਿਆ ਕਿ ਨਹੀਂ ਲਿਖਿਆ ਗਿਆ। ਐਨੀਵੇ ਆਈ ਹੋਪ ਕਿ ਨਹੀਂ ਸਰ ਲਿਖਿਆ ਨਹੀਂ। ਨੋ ਇਸ਼ੂ ਕਿ ਤੁਹਾਡੀ ਡਾਟਰ ਹੈ। ਤੁਸੀਂ ਜਦ ਸਕੂਲ ਵਿੱਚ ਬੱਚੀ ਪੜ੍ਹਦੀ ਸੀਗੀ ਉਦੋਂ ਤੁਹਾਡਾ ਨਾਂ ਲਿਖਿਆ ਹੋਇਆ ਮਾਂ ਦਾ? ਹਾਂਜੀ ਇੰਡੀਅਨ ਪਾਸਪੋਰਟ ਤੇ ਵੀ ਮਾਂ ਦਾ ਨਾਮ ਲਿਖਿਆ ਹੋਇਆ। ਇੰਡੀਅਨ ਪਾਸਪੋਰਟ ਤੁਹਾਡੇ ਕੋਲ ਹੈ? ਨਹੀਂ ਮੇਰੇ ਕੋਲ ਨਹੀਂ ਹੈ, ਬੱਚੇ ਨੂੰ ਨਾਲ ਹੀ ਦਿੱਤਾ, ਸਿਲੰਡਰ ਕਰਵਾਤਾ ਸੀ ਇੱਥੇ ਜੀ। ਸਿਲੰਡਰ ਤੇ ਕਰ ਨੋ ਪ੍ਰੋਬਲਮ, ਤੁਸੀਂ ਡਿਟੇਲ ਲੈ ਸਕਦੇ ਹੋ। ਤੁਸੀਂ ਹੁਣ ਜਲਦੀ ਕਰੋ ਕਿ ਉਹਦੀ ਡਿਟੇਲ ਆਓ ਐਪਲੀਕੇਸ਼ਨ ਦੇ ਕੇ। ਉਹ ਤੁਸੀਂ ਕਿਉਂਕਿ ਬੱਚਾ ਲਈ ਛੋਟਾ ਹੈ ਨਾ, ਹਾਲੇ 18 ਸਾਲ ਦਾ ਨਹੀਂ ਹੋਇਆ, ਤੁਹਾਡੇ ਕੋਲ ਰਾਈਟਸ ਨੇ, ਬੱਚੇ ਦੇ ਪਾਸਪੋਰਟ ਡਾਕੂਮੈਂਟ ਜਿਹੜਾ ਤੁਸੀਂ ਲੈ ਸਕਦੇ ਹੋ। ਜਲਦੀ ਕਰੋ, ਲੇਟ ਨਾ ਹੋਵੋ। ਹਾਂਜੀ ਜੇ ਤੁਹਾਨੂੰ ਪੈਸੇ ਦੀ ਲੋੜ ਆ, ਆਈ ਵਿਲ ਸੈਂਡ ਯੂ ਮਨੀ ਪਰਸਨਲੀ, ਤਾਂ ਤੁਸੀਂ ਕਾਪੀ ਹੈਗੀ ਉਹਦੀ? ਹਾਂਜੀ ਸਰ ਕਾਪੀ ਹੈ। ਵੈਰੀ ਗੁੱਡ। ਸੋ ਯੂ ਹੈਵ ਅ ਵੈਰੀ ਗੁੱਡ ਆਈ ਥਿੰਕ ਪ੍ਰੂਫ, ਤੁਹਾਡੇ ਕੋਲ ਸੋਲਿਡ ਪ੍ਰੂਫ ਹੈ। ਤੁਹਾਡੇ ਬੱਚੇ ਦਾ ਸਕੂਲ ਦਾ ਸਰਟੀਫਿਕੇਟ ਦਾ ਪ੍ਰੂਫ ਹੈ? ਬੱਚੇ ਦੀ ਸਰ ਮੇਰੇ ਕੋਲ। ਹਾਂ ਨੋ ਪ੍ਰੋਬਲਮ, ਡੋਂਟ ਵਰੀ। ਹੁਣ ਬੱਚਾ ਤੁਹਾਡੇ ਨਾਲ ਕਿੰਨਾ ਚਿਰ ਗੱਲ ਨਹੀਂ ਕਰਦਾ? ਸਰ ਬੱਚੇ ਨੇ ਜਾ ਕੇ 2 ਵੀਕ ਬਹੁਤ ਸੋਹਣੀ ਗੱਲ ਕੀਤੀ ਮੇਰੇ ਨਾਲ। ਬੱਚਾ ਗਿਆ ਕਦੋਂ? ਬੱਚਾ ਕਿਹੜੇ ਮਹੀਨੇ ਗਿਆ? ਦੀਵਾਲੀ ਨੂੰ ਗਿਆ ਸਰ, 4 ਨਵੰਬਰ ਨੂੰ ਇਸ ਸਾਲ ਚ? ਹਾਂਜੀ ਇਸ ਸਾਲ ਚ। ਕਿੰਨੀ ਉਮਰ ਸੀ? 12 ਸਾਲ ਦਾ ਸੀ ਬੱਚਾ ਹੈ? ਹਾਂਜੀ ਸਰ 2009 ਦਾ ਉਹਨਾਂ ਦਾ 10ਵਾਂ ਵੀ ਬਰਥਡੇ ਉਹਨਾਂ ਦਾ। 2009 ਦਾ 2010 ਦਾ? 2009 ਦੇ ਅੰਦਰ 10ਵੇਂ ਮਹੀਨੇ ਦਾ ਸੀਗਾ। ਓਕੇ ਠੀਕ ਹੈ, ਦਿਸ ਓਕੇ, ਪਲੀਜ਼ ਡੋਂਟ ਗਿਵ ਮੀ ਡੇਟ ਆਫ ਬਰਥ ਦੱਸੀ ਕਿਸੇ। ਠੀਕ ਹੈ ਜੀ। ਐਨੀਵੇਸ ਹੁਣ ਤੁਸੀਂ ਕਹਿਣਾ ਕੀ ਚਾਹੁੰਦੇ ਹੋ? ਇਹ ਜਹਾਂਗੀਰ ਪਿੰਡ ਹੈ, ਇਹ ਸੰਗਰੂਰ ਦੇ ਵਿੱਚ ਕਿੱਥੇ ਕੁ ਪੈਂਦਾ? ਲਾਗੇ ਕਿਹੜੇ ਪਿੰਡ ਨੇ? ਧੂਰੀ ਸਰ, ਧੂਰੀ ਸ਼ਹਿਰ ਦੇ ਲਾਗੇ ਪੈਂਦਾ। ऐसे मैं पब्लिक ओपिनियन लेनी चाहांगा और पब्लिक ओपिनियन वास्ते प्लीज प्रोसीड। पब्लिक ओपिनियन ਸਾਨੂੰ ਦਿਓ ਕਿ ਹੁਣ ਔਰਤ ਭੱਬਾ ਮਾਰ ਕੇ ਰੋ ਰਹੀ ਹੈ। ਹੁਣ ਤੁਸੀਂ ਚਾਹੁੰਦੇ ਕਿ ਤੁਹਾਡਾ ਹਸਬੰਡ ਤੁਹਾਨੂੰ ਸਪਾਂਸਰ ਕਰੇ? ਸਰ ਮੈਂ ਹੁਣ ਇਨਸਾਫ ਚਾਹੁੰਦੀ ਆ ਵੀ ਮੇਰੇ ਡੈਡੀ ਤੋਂ 15 ਲੱਖ ਰੁਪਈਆ ਵੀ ਲੈ ਲਿਆ ਸਾਤੋਂ, ਹਨਾ, ਇਹਨੇ ਮੇਰੇ ਬੱਚਾ ਵੀ ਲੈ ਲਿਆ, ਬੱਚਾ ਵੀ ਬਰਖਲਾਫ ਕਰਤਾ। ਹੁਣ ਮੇਰਾ ਬੱਚੇ ਨਾਲ ਮੇਰੀ ਗੱਲ ਤੈਅ ਕਰਾਵੇ ਸਰ। ਸਪਾਂਸਰ ਤਾਂ ਸਰ ਮੈਨੂੰ ਪਤਾ ਇਹ ਬੰਦਾ ਮੈਨੂੰ ਹੱਦ ਤੋਂ ਵੱਧ ਗੰਦ ਬੋਲ ਰਿਹਾ, ਇਹਨੇ ਮੈਨੂੰ ਨਹੀਂ ਕਰਨਾ। ਡੋਂਟ ਵਰੀ। ਇਹਦੇ ਘਰ ਵਿੱਚ ਜ਼ਮੀਨ ਵਗੈਰਾ ਹੈ ਨਾ ਕੋਲ ਇੰਡੀਆ 'ਚ?
ਹਾਂਜੀ ਹਾਂਜੀ ਸਰ 3 ਵਿਗੇ ਜਿਹੜੀ ਇਹਦੀ ਜ਼ਮੀਨ ਹੈ ਇਹਨੇ ਉਹ ਪਹਿਲੀ ਠੇਕੇ ਵਾਲੇ ਬੰਦੇ ਨੂੰ ਕਹਿਤਾ ਵੀ ਇਹਨੂੰ ਜਨਾਨੀ ਨੂੰ ਠੇਕਾ ਨਹੀਂ ਦੇਣਾ ਹੈਗਾ। ਨਹੀਂ ਯੂ ਕੰਟਰੋਲ ਦੇयर, ਯੂ ਜਸਟ ਗੋ ਬੈਕ। ਤੁਸੀਂ ਜਾਓ, ਮੈਂ ਸੰਗਰੂਰ ਉੱਥੇ ਗੱਲ ਕਰਦਾ, ਆਈਜੀ ਨਸ਼ੀਨਾ ਸਾਹਿਬ, ਮੈਂ ਉਹਨਾਂ ਨੂੰ ਗੱਲ ਕਰਦਾ, ਤੁਸੀਂ ਉੱਥੇ ਵਾਪਸ ਜਾਓ, ਤੁਸੀਂ ਉੱਥੇ ਬੈਠ ਜਾਓ, ਤੁਹਾਨੂੰ ਕੋਈ ਟੱਚ ਨਹੀਂ ਕਰ ਸਕਦਾ। ਸਰ ਮੈਨੂੰ ਵੀ ਧਮਕੀਆਂ ਦਿੰਦਾ ਵੇ ਇਨਸਾਨ, ਕਹਿੰਦਾ ਜੇ ਤੂੰ ਮੇਰੇ ਪਿੰਡ ਚ ਆ ਕੇ ਮਰਵਾ ਦੂੰਗਾ। No, don't worry about it। ਇਹਦਾ ਸਾਨੂੰ ਵੀ ਕਹਿੰਦੇ ਸੀ ਮਰਾ ਦਾਂਗੇ, ਨਾ ਕੋਈ ਨਹੀਂ ਇਦਾਂ ਮਰਦਾ, ਬਾਬਾ ਜੀ ਨਾਲ, ਤੁਸੀਂ ਫਿਕਰ ਨਾ ਕਰੋ, ਵੀ ਹੈਲਪ ਯੂ ਦੈਟ। No, ਯੂ ਜਸਟ ਗੋ ਬੈਕ। ਔਰ ਤੁਸੀਂ 2 ਦਿਨ ਅਟਕੋ, ਕੋਡ ਆਫ ਕੰਡਕਟ ਲੱਗਣ ਦੇ, ਕਿਉਂਕਿ ਨਾ ਕਈ ਜਿਹੜੇ ਪੋਲੀਟੀਕਲ ਬੰਦੇ ਆ ਇਹ ਪ੍ਰੈਸ਼ਰ ਪਾਉਂਦੇ ਪੁਲਿਸ ਤੇ। 2 ਦਿਨ ਵੇਟ ਕਰੋ, ਕੋਡ ਆਫ ਕੰਡਕਟ ਲੱਗਣ ਦਿਓ, ਉਹ ਤੋਂ ਬਾਅਦ ਸਰਕਾਰ ਚੇਂਜ ਹੋ ਜਾਣੀ ਆ ਤੇ ਤੁਹਾਨੂੰ ਇਨਸਾਫ ਮਿਲਣਾ। ਤੁਸੀਂ ਵੇਟ 2-3 ਦਿਨ ਹਫ਼ਤਾ ਵੇਟ ਕਰ ਲਓ, ਹਫ਼ਤੇ ਬਾਅਦ ਤੁਸੀਂ ਸਿੱਧੇ ਜਾਓ, ਆਈ ਲੁੱਕ ਆਫਟਰ, ਮੈਂ ਤੁਹਾਡੇ ਲੁੱਕ ਆਫਟਰ ਕਰੂੰਗਾ। ਤੁਸੀਂ ਹੁਣ ਵੀ ਜਾ ਸਕਦੇ ਹੋ, ਨੋ ਪ੍ਰੋਬਲਮ, ਆਈ ਵਿਲ ਟੈਲ ਟੂ ਦੀ ਪੁਲਿਸ ਅਫਸਰ ਬਹੁਤ ਰਹੀਸ ਉੱਥੇ। ਔਰ ਤੁਸੀਂ ਜਾਓਗੇ, ਤੁਹਾਨੂੰ ਐਮਐਲਏ ਕੌਣ ਵਗੈਰਾ, ਤੁਹਾਡੇ ਕਿਹੜਾ ਕੌਣ ਹੈ, ਜਿਸ ਆਖੇ ਕੋਈ ਵੀ ਹੋਵੇ, ਤੁਸੀਂ ਜਾਓ ਉੱਥੇ, ਸਮਝ ਕੇ ਜਾਓ। ਜੇ ਕੋਈ ਤੁਹਾਨੂੰ ਐਮਐਲਏ ਪੋਲੀਟੀਸ਼ੀਅਨ ਖਰਾਬ ਕਰਦਾ ਤਾਂ ਉਸਨੂੰ ਦੱਸੋ, ਅਸੀਂ ਉਹ ਨਸ਼ਰ ਕਰਾਂਗੇ ਕੌਣ ਹੈ ਉਹ। ਸੋ ਤੁਸੀਂ ਗੋਲਡੀ ਹੈ ਸਰ, ਗੋਲਡੀ ਐਮਐਲਏ। ਆਈ ਡੋਂਟ ਨੋ ਹੂ ਇਜ਼ ਗੋਲਡੀ ਕੌਣ ਹੈ, ਪਰ ਮੇਰਾ ਖਿਆਲ ਨਹੀਂ ਕਿ ਉਹ ਤੁਹਾਨੂੰ ਗਲਤ ਕਹੂਗਾ ਔਰ ਸਮਝ ਕੇ ਤੁਹਾਡੀ ਮਦਦ ਕਰੂਗਾ, ਮੈਨੂੰ ਲੱਗਦਾ ਹੈ। ਸੋ ਐਨੀਵੇ, ਕਿਹੜੀ ਪਾਰਟੀ ਦੇ ਗੋਲਡੀ ਜੀ ਨੇ? ਸਰਕਾਰ ਦੀ ਗੱਲ ਦੀ ਦੱਸੋ ਕਿ ਕਿਸੇ ਸਰ ਮੈਨੂੰ ਰਾਜਨੀਤੀ ਬਾਰੇ ਕੋਈ ਗੱਲ ਨਹੀਂ, ਕਿਸੇ ਪਾਰਟੀ ਦੇ ਹੋਣਗੇ, ਨੋ ਇਸ਼ੂ, ਕੋਈ ਇਸ਼ੂ ਨਹੀਂ ਹੈ, ਕਾਨੂੰਨ ਸਾਰਾ ਲਿਖੋ ਜਿਹਾ ਆਇਆ। ਜੇ ਅੱਜ ਤਾਕਤ ਦੇ ਵਿੱਚ ਚੰਨੀ ਹੈ ਤੇ ਲੋਕਾਂ ਨੂੰ ਅੰਦਰ ਕਰਾਉਣਾ, ਇੱਕ ਦਿਨ ਆਪ ਵੀ ਅੰਦਰ ਜਾਊਗਾ। ਉਹ ਡਰਨ ਵਾਲੀ ਕੋਈ ਲੋੜ ਨਹੀਂ, ਕਾਨੂੰਨ ਇੱਕੋ ਜਿਹਾ ਆਇਆ। ਤੁਸੀਂ ਦੇਖੋ ਸੁਪਰੀਮ ਕੋਰਟ ਕਿੰਨਾ ਝਾੜਾ ਪਾਉਂਦਾ ਫਿਰ ਇਹਨਾਂ ਨੂੰ, ਕਹਿੰਦੇ ਸੁਪਰੀਮ ਕੋਰਟ ਜੱਜ ਸਾਹਿਬ ਕਹਿੰਦੇ ਨੇ ਕਿ ਚਲੋ ਆਪਣੇ ਕੱਪੜੇ ਟੈਚੀ ਚ ਲੈ ਕੇ ਆਓ, ਜੇਲ੍ਹ ਜਾਣਾ ਤੁਸੀਂ ਵੇਟ ਕਰੋ, ਲਾਈਨ ਨੂੰ ਹੋਲਡ ਰੱਖੋ। ਪਬਲਿਕ ਵੀ ਲੈਣੀ ਚਾਹਾਂਗੇ ਕਿ ਤੁਹਾਡੇ ਨਾਲ 20 ਲੱਖ ਦੇ ਵਿੱਚ ਸਮਝੌਤਾ ਹੁੰਦਾ, 15 ਲੱਖ ਦੇ ਵਿੱਚ ਤੁਸੀਂ ਪੇਮੈਂਟ ਕਰਦੇ ਹੋ, ਇੱਕ ਕੁੜੀ ਨੂੰ ਜਨਮ ਦਿੰਦੇ ਹੋ, ਕੁੜੀ ਇੱਥੇ ਆ ਜਾਂਦੀ ਹੈ, ਕੁੜੀ ਹੁਣ ਮਤਲਬ ਤੁਹਾਨੂੰ ਉਹ ਕਦੋਂ, ਕਿੰਨਾ ਚਿਰ ਗੱਲ ਹੋਈ ਨਹੀਂ, ਹੁਣ ਲਾਸਟ ਗੱਲ ਕਦੋਂ ਹੋਈ ਤੁਹਾਡੀ ਧੀ ਨਾਲ? ਸਰ ਧੀ ਦੇ ਨਾਲ 2 ਵੀਕ ਜਾਨੀ ਕਿ ਪੂਰੀ ਫੁੱਲ ਗੱਲ ਹੋਈ, ਜਦੋਂ ਕੁੜੀ ਚਲੀ ਗਈ 4 ਨਵੰਬਰ ਨੂੰ, ਸੋਹਣੀ ਗੱਲ। ਹੁਣ ਕਦੋਂ ਗੱਲ ਹੋਈ, ਆਖਰੀ ਗੱਲ ਕਦੋਂ ਹੋਈ ਆ? ਹੁਣ ਆਖਰੀ ਗੱਲ ਸਰ 12 ਤਰੀਕ ਤੋਂ ਬਾਅਦ ਨਹੀਂ ਗੱਲ ਹੋਈ ਸਰ, 12 ਦਸੰਬਰ ਤੋਂ ਬਾਅਦ। ਹਾਂਜੀ ਸਰ, ਅਸੀਂ ਕੋਸ਼ਿਸ਼ ਕਰਦੇ ਤੁਹਾਡੇ ਹਸਬੰਡ ਨਾਲ ਗੱਲਬਾਤ ਕਰਨ ਦੀ, ਪਰ ਤੁਹਾਡੇ ਹਸਬੰਡ ਦਾ ਮੈਂ ਨਾਂ ਨਹੀਂ ਲੈਣਾ ਚਾਹਾਂਗਾ। ਤੁਹਾਡੇ ਸਹੁਰਾ ਸਾਹਿਬ ਜਿੰਦੇ ਨੇ? ਨਹੀਂ ਸਰ, ਉਹ ਵੀ ਨਹੀਂ ਹੈ। ਅੱਛਾ ਜੀ, ਹੋ ਤੁਹਾਡੇ ਕੋਲ ਕੋਈ ਐਸੀ ਗਲਤੀ ਹੋਈ ਹੋਵੇ ਆਪਣੇ ਪਤੀ ਪਰਮੇਸ਼ਰ ਪ੍ਰਤੀ? ਟੈਲ ਮੀ ਟਰੂ। ਇਹਨਾਂ ਵਿੱਚ ਕੱਲ ਨੂੰ ਮੈਂ ਤੁਹਾਡੇ ਦੁਆਲੇ ਹੋ ਜਾਵਾਂ, ਦੁਆਲੇ ਸੰਸ ਕੇ ਤੁਹਾਡੇ ਨੂੰ ਕਹਾ ਕਿ ਤੁਸੀਂ ਵਾਈ ਯੂ ਡੂ ਦਿਸ। ਸਰ ਮੇਰੀ ਉਹ ਬੇਅੰਤ ਸਿੰਘ ਮੁੰਡੇ ਨੇ ਹੈਲਪ ਜ਼ਰੂਰ ਕੀਤੀ ਆ, ਉਹ ਮੁੱਕਰਨਾ ਨਹੀਂ ਹੈਗਾ। ਤੇ ਉਹਦੇ ਨਾਲ ਇੱਕ ਫਰੈਂਡ ਦੀ ਤਰ੍ਹਾਂ ਵਿਚਰੀ ਵੀ ਆ, ਵੀ ਮੈਂ ਉਹਦੇ ਨਾਲ ਹਾਸੇ ਮਜ਼ਾਕ ਕੀਤੇ ਨੇ, ਵੀ ਮੈਂ ਇਹ ਝੂਠ ਨਹੀਂ ਕਹਿਣਾ, ਪਰ ਜਿਹੜੇ ਐਲੀਗੇਸ਼ਨ ਹਸਬੈਂਡ ਨੇ ਲਾਤੇ ਉਹ ਗਲਤ ਲਾਏ ਨੇ, ਵੀ ਤੂੰ ਉਹਦੇ ਨਾਲ ਰਿਲੇਸ਼ਨ। ਤੁਸੀਂ ਹਾਸੇ ਮਜ਼ਾਕ ਕਿਉਂ, ਤੁਸੀਂ ਹਾਸੇ ਮਜ਼ਾਕ ਕੀ ਕੀਤਾ? ਟੈਲ ਮੀ ਟਰੂ, ਇੱਕ ਵੀ ਐਂ ਝੂਠ ਨਹੀਂ ਬੋਲਣਾ। ਜੇ ਜਾਂਦੇ ਹੋਲਡ ਆਨ, ਇਹ ਜੇ ਆਪਣੇ ਕਰਮਜੀਤ ਜ਼ਿੰਦਗੀ ਵਿੱਚ ਇਨਸਾਨ ਹੈ ਆਪਾਂ, ਜੇ ਜ਼ਿੰਦਗੀ ਵਿੱਚ ਹਸਬੈਂਡ ਤੁਸੀਂ ਕਿੰਨੇ ਸਾਲ, 10 ਸਾਲ ਤੋਂ ਦੂਰ ਹੋ, 10 ਸਾਲ ਦੂਰ ਹੋ ਨਾ, ਕੋਈ ਤੁਹਾਡੀ ਉਮਰ ਵੀ ਇਹ ਆ, ਜੇ ਤੁਹਾਡੇ ਕੋਲੋਂ ਕੋਈ ਐਸੀ ਛੋਟੀ ਮੋਟੀ ਵੀ ਪਿਆਰ ਮੁਹੱਬਤ ਦੀ ਨੋਕ ਝੋਕ ਹੋਈ ਆ, ਤੁਸੀਂ ਦੱਸੋ, ਇਹ ਨਾਰਮਲ ਗੱਲ ਹੈ? ਤੁਸੀਂ ਹਾਸਾ ਮਜ਼ਾਕ ਕਰਦੇ ਰਹੇ ਹੋ? ਸਰ ਹਾਸਾ ਮਜ਼ਾਕ ਜ਼ਰੂਰ ਕੀਤਾ ਵਾ, ਮੈਂ ਇਹ ਮੁੱਕਰਨਾ ਨਹੀਂ। ਉਦਾਂ ਮੇਰਾ ਦਿਓਰ ਲੱਗਦਾ ਜਾਨੀ ਕਿ ਰਸਤੇ ਦੇ ਵਿੱਚ, ਪਰ ਸਰ ਮੈਂ ਉਹਦੇ ਨਾਲ ਕੋਈ ਐਵੇਂ ਦਾ ਨਹੀਂ, ਕੋਈ ਮਜ਼ਾਕ ਸੀਗਾ ਵੀ ਕੋਈ ਇਹੋ ਜਿਹੀ ਗੱਲ ਨਹੀਂ ਵੀ ਮੈਨੂੰ ਕੱਲ ਨੂੰ ਨੀਵੀਂ ਪਾਉਣੀ ਪੈ ਜਾਵੇ। ਕਹਿਣ ਨੂੰ ਕੁਝ ਕਹਿੰਦੇ ਨੇ ਹਸਬੈਂਡ ਨੇ, ਇਹ ਵੀ ਐਲੀਗੇਸ਼ਨ ਲਾ ਰਹੇ ਨੇ, ਕਹਿੰਦੇ ਵੀ ਤੂੰ ਮੇਰੀ ਮਦਰ ਨੂੰ ਵੀ ਕੋਈ ਜ਼ਹਿਰੀਲੀ ਚੀਜ਼ ਦੇ ਕੇ ਉਹਨਾਂ ਨੂੰ ਪੂਰੀ ਕਰਤਾ। ਸਰ ਮੇਰੇ ਜੇਠ ਆਏ ਨੇ, 5 ਦਿਨ ਉਹਨਾਂ ਨੂੰ ਫ੍ਰੀਜ਼ਰ ਦੇ ਵਿੱਚ ਰੱਖਿਆ। ਮੈਂ ਆਪਦੀ ਮਦਰ ਇਨ ਲਾ ਨੂੰ, ਮੇਰੇ ਕੋਲ ਕਾਲਰ ਰਿਪੋਰਟ ਪਈ ਆ, ਅਸਥਮੇ ਦਾ ਅਟੈਕ ਆਇਆ ਉਹਨਾਂ ਨੂੰ, ਇਹ ਕਹਿੰਦੇ ਤੂੰ ਉਹਨੂੰ ਮਾਰਤਾ। ਇੱਕ ਮੇਰੇ ਤੇ ਇਹ ਐਲੀਗੇਸ਼ਨ ਲਾਇਆ ਇਹਨਾਂ ਨੇ, ਇੱਕ ਮੇਰੇ ਤੇ ਇਹ ਲਾਇਆ, ਕਹਿੰਦੇ ਤੂੰ ਆਪਦੇ ਬੱਚੇ ਨੂੰ ਕਹਿੰਦੇ 2.5 ਸਾਲ ਅੰਦਰ ਲੌਕ ਕਰਕੇ ਰੱਖਿਆ। ਮੇਰਾ ਬੱਚਾ ਸਕੂਲ ਜਾਂਦਾ ਸੀ, ਮੇਰੇ ਕੋਲ ਫੁੱਲ ਵੀਡੀਓ ਪਈਆਂ ਨੇ। ਅੱਛਾ, ਹਾਂ ਹੋਰ ਦੱਸੋ ਕਿ ਹੋਰ ਦੋਲੋ ਹੈ ਕਿ ਤੂੰ ਬੇਅੰਤ ਸਿੰਘ ਨਾਲ ਤੁਹਾਡਾ ਰਿਲੇਸ਼ਨ ਸੀ, ਮਤਲਬ ਤੁਸੀਂ ਚੂੰ ਚਾਂ ਕਰਦੇ ਰਹੇ ਹੋ? ਉਹ ਕਹਿੰਦੇ ਨੇ, ਉਹ ਕਹਿੰਦੇ ਵੀ ਤੂੰ ਇਹਦੇ ਨਾਲ ਫੋਰਲਰ ਰਿਲੇਸ਼ਨ ਦੇ ਵਿੱਚ ਸੀਗੀ ਸਰ। ਓ ਮਾਈ ਗॉड। ਸੋ ਵਨ ਸਾਈਡ ਸਟੋਰੀ। ਐਨੀਵੇ, ਅਸੀਂ ਪਬਲਿਕ ਓਪੀਨੀਅਨ ਲੈਣੀ ਚਾਹਾਂਗੇ ਕਿ ਇਹਨੂੰ ਇਨਸਾਫ ਮਿਲਣਾ ਚਾਹੀਦਾ। ਪਬਲਿਕ ਓਪੀਨੀਅਨ ਜਿਹੜੀ ਹੈ ਕੁਝ ਹੀ ਮਿੰਟ ਲੈ ਰਹੇ ਹਾਂ, ਔਰ ਉਸ ਤੋਂ ਪਹਿਲਾਂ ਇੱਕ ਅਸੀਂ ਬ੍ਰੇਕ ਲਾਵਾਂਗੇ।